ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ, ਡੁੱਬ ਮੂਏ ਬਗ ਬਪੜੇ ਸਿਰ ਤਲ ਉੱਪਰ ਪਾਉ। ਇੱਥੇ ਹੰਸਾ ਲਿਖਿਆ ਹੈ, ਹੰਸਾ ਨਹੀਂ ਪੜਨਾ, ਸੱਸੇ ਦੇ ਕੰਨੇ ਦੇ ਨਾਲ ਬਿੰਦੀ ਲਗਾਵਾਂਗੇ ਕਿਉਂਕਿ ਸ਼ਬਦ ਹੈ ਹੰਸ। ਤੇ ਜਦੋਂ ਵੀ ਕਿਸੇ ਨਾਉਨ ਨੂੰ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉਸ ਦਾ ਉਚਾਰਨ ਨਾਸਕੀ ਹੋਏਗਾ, ਹੰਸਾਂ। ਇਸੇ ਤਰ੍ਹਾਂ ਤਰੰਦਿਆਂ ਸ਼ਬਦ ਹੈ ਬੱਗ, ਬੱਗ ਦਾ ਮਤਲਬ ਬਗਲਾ, ਕੰਨਾ ਲਗਾ ਕੇ ਬਹੁਵਚਨੀ ਬਣਾਇਆ ਹੈ, ਇਸ ਲਈ ਨਾਸਕੀ ਉਚਾਰਨ ਹੋਏਗਾ ਬੱਗਾਂ। ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ, ਬੱਗਾਂ ਦਾ ਮਤਲਬ ਬਗਲਿਆਂ ਨੂੰ। ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਵੀ ਚਾਅ ਪੈਦਾ ਹੋਇਆ, ਸ਼ੌਕ ਪੈਦਾ ਹੋਇਆ ਕਿ ਅਸੀਂ ਵੀ ਤਰੀਏ। ਹੰਸ ਪਾਣੀ ਵਿੱਚ ਤਾਰੀਆਂ ਲਾ ਰਹੇ ਨੇ ਤੇ ਬਗਲਿਆਂ ਨੂੰ ਵੀ ਸ਼ੌਕ ਆਇਆ ਕਿ ਅਸੀਂ ਵੀ ਪਾਣੀ ਦੇ ਵਿੱਚ ਤਰੀਏ। ਉਹਨਾਂ ਨੇ ਵੀ ਡੂੰਘੇ ਪਾਣੀ ਵਿੱਚ ਛਲਾਂਗ ਲਗਾਈ ਤਾਂ ਕੀ ਹੋਇਆ, ਡੁੱਬ ਮੂਏ ਬਗ ਬੱਪੁੜੇ। ਇਹਨੂੰ ਬੱਪੜੇ ਨਹੀਂ ਪੜਨਾ, ਪੱਪੇ ਥਲੇ ਔਂਕੜ ਬੱਪੁੜੇ। ਡੁੱਬ ਮੂਏ ਬਗ ਬੱਪੁੜੇ ਸਿਰ ਤਲ ਉੱਪਰ ਪਾਉ। ਇੱਥੇ ਪਾਉ ਪੜਾਂਗੇ, ਪਾਉ। ਪਰ ਵਿਚਾਰੇ ਬਗਲੇ ਇਹ ਉਦਮ ਕਰਦੇ ਸਿਰ ਹੇਠਾਂ ਤੇ ਪੈਰ ਉੱਤੇ ਹੋ ਕੇ ਡੁੱਬ ਕੇ ਮਰ ਗਏ। ਬਗਲਿਆਂ ਨੂੰ ਹੁਣ ਤੈਰਨਾ ਨਹੀਂ ਆਂਦਾ, ਹੰਸਾਂ ਨੂੰ ਤੈਰਨਾ ਆਂਦਾ ਹੈ। ਹੰਸ ਤੈਰ ਰਹੇ ਨੇ, ਤਰ ਰਹੇ ਨੇ ਤੇ ਬਗਲਿਆਂ ਦੇ ਕੋਲ ਉਹ ਗੁਣ ਤਾਂ ਹੈ ਨਹੀਂ, ਲੇਕਿਨ ਰੀਸ ਦੇ ਨਾਲ ਉਹਨਾਂ ਨੇ ਵੀ ਛਲਾਂਗ ਲਗਾਈ ਤੇ ਬਗਲੇ ਮਰ ਗਏ। ਹੁਣ ਇੱਥੇ ਗੱਲ ਹੰਸਾਂ ਔਰ ਬਗਲਿਆਂ ਦੀ ਹੀ ਨਹੀਂ ਹੈ, ਸਿਰਫ ਇਹ ਇੱਕ ਮਿਸਾਲ ਹੈ। ਗੱਲ ਹੈਗੀ ਹੰਸ ਦਾ ਮਤਲਬ ਉਹ ਇਨਸਾਨ ਜਿਹੜੇ ਸਚਿਆਰ ਨੇ, ਜਿਹੜੇ ਇਸ ਦੁਨੀਆ ਦੇ ਅੰਦਰ ਰਹਿੰਦੇ ਹੋਏ ਨਿਰਲੇਪ ਨੇ, ਰਹਿੰਦੇ ਇਸ ਸੰਸਾਰ ਵਿੱਚ ਨੇ ਪਰ ਵਿਕਾਰਾਂ ਤੋਂ ਨਿਰਲੇਪ ਨੇ। ਜਿਵੇਂ ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਪਵਸਾਗਰ ਤਰੀਐ, ਨਾਨਕ ਨਾਮ ਵਖਾਣੇ। ਜਿਨ੍ਹਾਂ ਦੀ ਸੁਰਤ ਰੱਬੀ ਗੁਣਾਂ ਦੇ ਨਾਲ ਜੁੜੀ ਹੈ, ਜੋ ਰੱਬੀ ਰਜ਼ਾ ਦੇ ਵਿੱਚ ਜ਼ਿੰਦਗੀ ਜੀਂਦੇ ਨੇ, ਜਿਹੜੇ ਵਿਕਾਰਾਂ ਤੋਂ ਨਿਰਲੇਪ ਨੇ, ਉਹ ਇਸ ਸੰਸਾਰ ਦੇ ਅੰਦਰ ਬੜੀ ਵਧੀਆ ਚੰਗੀ ਜ਼ਿੰਦਗੀ ਜੀ ਰਹੇ ਨੇ, ਆਨੰਦ ਮਾਣ ਰਹੇ ਨੇ। ਉਹਨਾਂ ਨੂੰ ਮਾਣ ਆਦਰ ਸਤਿਕਾਰ ਮਿਲਦਾ ਹੈ, ਉਹਨਾਂ ਦੇ ਅੰਦਰ ਆਤਮਿਕ ਖੇੜਾ ਹੈ। ਹੁਣ ਇਹੋ ਜਿਹੀ ਜ਼ਿੰਦਗੀ ਜੀਣ ਵਾਲੇ ਇਨਸਾਨਾਂ ਨੂੰ ਵੇਖ ਕੇ ਤੇ ਦੂਜੇ ਲੋਕਾਂ ਦੇ ਅੰਦਰ ਵੀ ਚਾਹ ਪੈਦਾ ਹੋਵੇ, ਜਿਨ੍ਹਾਂ ਦੀ ਜ਼ਿੰਦਗੀ ਬਨੌਟੀ ਹੈ, ਜਿਨ੍ਹਾਂ ਦੀ ਜ਼ਿੰਦਗੀ ਬਨਾਵਟੀ ਸਿਰਫ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਜਾਂ ਜਿਹਦੇ ਬਾਰੇ ਅਸੀਂ ਪਿੱਛੇ ਵਿਚਾਰ ਕਰ ਰਹੇ ਹਾਂ, ਚੋਪੜੀ ਪ੍ਰੀਤ, ਜਿਹੜੇ ਚੋਪੜੀਆਂ ਗੱਲਾਂ ਕਰਦੇ ਨੇ, ਸਿਰਫ ਗੱਲੀ ਬਾਤੀ, ਚੰਗੇ ਨੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿਤਵੀਆਂ, ਰੀਸਾਂ ਕਰੇ ਤੇ ਨਾੜੀਆਂ, ਜਿਸੇ ਵੇਂ ਦਰ ਖੜੀਆਂ। ਗੁਰੂ ਜੀ ਕਹਿੰਦੇ ਨੇ ਗੱਲੀ ਬਾਤੀ ਅਸੀਂ ਚੰਗੇ ਆ, ਉੱਚੇ ਆ, ਪਰ ਆਚਾਰ ਜਿਹੜਾ ਹੈ, ਸਾਡਾ ਵਿਹਾਰ ਹੈ, ਉਹ ਮਾੜਾ ਹੈ। ਤੇ ਰੀਸਾਂ ਅਸੀਂ ਉਹਨਾਂ ਦੀਆਂ ਕਰਦੇ ਆ ਜਿਹੜੇ ਦਰ ਦੇ ਉੱਤੇ ਖੜੇ ਹੋਏ ਸੇਵਾ ਕਰਦੇ ਨੇ, ਭਾਵ ਜਿਹੜੇ ਸਾਵਧਾਨ ਹੋ ਕੇ, ਸੁਚੇਤ ਹੋ ਕੇ ਰੱਬੀ ਰਜ਼ਾ ਵਿੱਚ ਤੁਰਦੇ ਨੇ। ਮਾਣ ਆਦਰ ਅਸੀਂ ਉਹ ਪਾਣਾ ਚਾਹੁੰਦੇ ਹਾਂ, ਜੀਵਨ ਦਾ ਰਿਜ਼ਲਟ ਅਸੀਂ ਉਹ ਚਾਹੁੰਦੇ ਹਾਂ। ਖਾਣਾ ਅਸੀਂ ਅੰਗੂਰ ਚਾਹ ਰਹੇ ਹਾਂ, ਬੀਜ ਅਸੀਂ ਕਿਕਰੀਆਂ ਦੇ ਬੀਜ ਰਹੇ ਹਾਂ। ਪਾਣਾ ਅਸੀਂ ਰੇਸ਼ਮੀ ਕੱਪੜੇ ਚਾਹੁੰਦੇ ਹਾਂ, ਲੇਕਿਨ ਅਸੀਂ ਭੇਡਾਂ ਦੀ ਉੱਨ ਮਨਾ ਕੇ ਉਹ ਚੱਕੀ ਫਿਰਦੇ ਹਾਂ। ਸੁਖ ਸ਼ਾਂਤੀ ਅਸੀਂ ਪਾਣਾ ਚਾਹੁੰਦੇ ਹਾਂ, ਸਚਾਈ ਵਾਲੀ, ਗੁਨਾਹ ਵਾਲੀ, ਲੇਕਿਨ ਅਸੀਂ ਪਾਪ ਕਰਮ ਕਮਾ ਰਹੇ। ਤਾਂ ਡੁੱਬ ਮੂਏ ਬਗ ਬੱਪੜੇ, ਜਿਹੜੇ ਬਗਲੇ ਵਾਲੀ ਜ਼ਿੰਦਗੀ ਜੀਣ ਵਾਲੇ ਸਨ, ਉਹ ਆਖਿਰ ਡੁੱਬ ਕੇ ਮਰ ਗਏ, ਆਤਮਿਕ ਮੌਤ ਤੇ ਮਰ ਗਏ। ਉਹਨਾਂ ਨੂੰ ਉਹ ਜੀਵਨ ਨਾ ਮਿਲ ਸਕਿਆ, ਉਹਨਾਂ ਨੂੰ ਉਹ ਮਾਣ ਆਦਰ ਦਾ ਸੁਖ ਨਾ ਮਿਲ ਸਕਿਆ। ਤਾਂ ਇੱਥੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਜੋ ਆਤਮਿਕ ਜ਼ਿੰਦਗੀ ਹੈ, ਜੋ ਮਾਨਸਿਕ ਸ਼ਾਂਤੀ ਹੈ, ਜੋ ਬੌਧਿਕ ਵਿਕਾਸ ਹੈ, ਜਾਂ ਆਤਮਿਕ ਜੀਵਨ ਹੈ, ਉਹ ਮਿਲਦਾ ਹੈ ਸ਼ੁਭ ਗੁਣਾਂ ਦੇ ਨਾਲ, ਜੋ ਮਨ ਬਚਨ ਕਰਮ ਕਰਕੇ ਇਹਨਾਂ ਚੀਜ਼ਾਂ ਨੂੰ ਅਪਣਾ ਲੈਂਦੇ ਨੇ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਦੇ ਨੇ, ਰੱਬੀ ਰਜ਼ਾ ਵਿੱਚ ਤੁਰਦੇ ਨੇ, ਔਰ ਇਸ ਦੁਨੀਆ ਵਿੱਚ ਜ਼ਿੰਦਗੀ ਜੀਂਦੇ ਨਿਰਲੇਪ ਰਹਿੰਦੇ ਨੇ ਵਿਕਾਰਾਂ ਤੋਂ, ਮੇਰ ਤੇਰ ਦੇ ਵਿਤਕਰਿਆਂ ਤੋਂ। ਉਹਨਾਂ ਦੀ ਜ਼ਿੰਦਗੀ ਅੰਦਰ ਸ਼ਾਂਤੀ ਹੈ। ਪਰ ਜੇ ਕੋਈ ਮਾੜੇ ਜੀਵਨ ਵਾਲਾ, ਮਾੜੀ ਸੋਚ ਵਾਲਾ ਬੰਦਾ, ਜਿਹਦੀ ਬੋਲ ਮਾੜੇ ਨੇ, ਜਿਸ ਦਾ ਵਿਹਾਰ ਮਾੜਾ ਹੈ, ਜਿਸ ਦੀ ਸੋਚ ਮਾੜੀ ਹੈ,
ਤੇ ਉਹ ਸਿਰਫ ਬਾਹਰਲਾ ਪੇਸ਼ ਹੰਸਾਂ ਵਰਗਾ ਬਣਾ ਕੇ ਚਿੱਟੇ ਕੱਪੜੇ ਪਾ ਕੇ, ਜਿਵੇਂ ਬਗਲਿਆਂ ਦੇ ਵੀ ਖੰਭ ਚਿੱਟੇ ਨੇ, ਹੰਸਾਂ ਦੇ ਵੀ ਚਿੱਟੇ ਨੇ, ਤੇ ਜੇ ਉਹਨਾਂ ਵਰਗਾ ਸਿਰਫ ਪੇਸ਼ ਬਣਾ ਕੇ ਉਹ ਸੁਖ ਮੰਨਣਾ ਚਾਹੇ ਤਾਂ ਉਹ ਸੁਖ ਨਹੀਂ ਮਿਲੇਗਾ, ਉਹ ਆਤਮਕ ਮੌਤ ਤੇ ਮਰ ਜਾਏਗਾ। ਤਾਂ ਇੱਥੇ ਦੋ ਤਰ੍ਹਾਂ ਦਾ ਜੀਵਨ ਹੈ। ਇੱਕ ਹੰਸ ਵਾਲਾ ਜੀਵਨ ਜੋ ਸਚਿਆਰਤਾ ਵਾਲਾ ਜੀਵਨ ਹੈ, ਉਹਦੇ ਵਿੱਚ ਮਾਨ ਆਦਰ ਸਤਕਾਰ ਹੈ, ਉਹ ਬੰਦਾ ਨਿਰਲੇਪ ਹੈ। ਤੇ ਦੂਜਾ ਜੀਵਨ ਹੈ ਬਗਲਿਆਂ ਵਾਲਾ, ਵਿਖਾਵੇ ਵਾਲਾ, ਕੇਵਲ ਬਾਹਰੀ ਪਹਿਨਾਵਾ ਹੈ, ਬਾਹਰੀ ਗੱਲਾਂ ਬਾਤਾਂ ਨੇ, ਲੇਕਿਨ ਆਚਰਨਕ ਤੌਰ ਤੇ ਬੰਦਾ ਉੱਚਾ ਸੁੱਚਾ ਨਹੀਂ ਹੈ। ਉਹ ਬੰਦਾ ਆਤਮਕ ਮੌਤ ਤੇ ਮਰ ਜਾਂਦਾ ਹੈ, ਉਹਨੂੰ ਮਾਨ ਸਤਕਾਰ ਵੀ ਨਹੀਂ ਮਿਲਦਾ, ਸੁਖ ਵੀ ਨਹੀਂ ਮਿਲਦੇ, ਔਰ ਉਹ ਆਤਮਕ ਮੌਤ ਵੀ ਸਹਿੜ ਲੈਂਦਾ। ਅਗਲਾ ਬਚਨ ਕਰਦੇ ਨੇ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਵਡਹੰਸ ਦਾ ਮਤਲਬ ਵੱਡਾ ਹੰਸ, ਸੰਗ ਦਾ ਮਤਲਬ ਸਾਥ, ਜਾਣਿਆ ਦਾ ਮਤਲਬ ਸਮਝਿਆ। ਮੈਂ ਸਮਝਿਆ ਕੋਈ ਵੱਡਾ ਹੰਸ ਹੈ ਤਾਂ ਮੈਂ ਉਹਦੀ ਸੰਗਤ ਕੀਤੀ। ਵੱਡਾ ਹੰਸ ਦਾ ਮਤਲਬ ਮੈਂ ਸਮਝਿਆ ਕਿ ਨਿਰਲੇਪ ਇਨਸਾਨ ਹੈ, ਜੇ ਉਹਦਾ ਇਹਦਾ ਪਹਿਨਾਵਾ ਹੈ, ਇਹਦੇ ਕਰਮ ਵੀ ਚੰਗੇ ਹੋਣਗੇ, ਵਿਚਾਰ ਵੀ ਚੰਗੇ ਹੋਣਗੇ, ਬੋਲ ਬਾਣੀ ਚੰਗੀ ਹੋਵੇਗੀ, ਇੱਕ ਧਾਰਮਿਕ ਇਨਸਾਨ ਹੋਵੇਗਾ, ਇਹ ਸਚਿਆਰ ਹੋਵੇਗਾ, ਇਹ ਸਮਝ ਕੇ ਤੇ ਮੈਂ ਜਿਹੜਾ ਸੀ ਸੰਗ ਕੀਤਾ, ਇਹ ਸਮਝ ਕੇ ਮੈਂ ਸੰਗ ਕੀਤਾ, ਮੈਂ ਸੰਗਤ ਕੀਤੀ ਕਿ ਮੇਰੀ ਜ਼ਿੰਦਗੀ ਅੰਦਰ ਵੀ ਸ਼ਾਂਤੀ ਆਏਗੀ, ਖੁਸ਼ੀ ਹੋਏਗੀ, ਮੈਂ ਵੀ ਪ੍ਰਭੂ ਮਿਲਾਪ ਦਾ ਆਨੰਦ ਮਾਣ ਸਕਾਂਗਾ, ਇਸ ਕਰਕੇ ਸੰਗਤ ਕੀਤੀ। ਤੇ ਗੁਰੂ ਜੀ ਕਹਿੰਦੇ ਨੇ, ਜੇ ਜਾਣਾ ਬਗ ਬੱਪੜਾ, ਜੇ ਜਾਣਾ ਦਾ ਮਤਲਬ ਮੈਨੂੰ ਪਤਾ ਹੁੰਦਾ, ਬਗ ਬੱਪੜਾ ਦਾ ਮਤਲਬ ਵਿਚਾਰਾ ਬਗਲਾ, ਨੀਵੀਂ ਸੋਚ ਵਾਲਾ। ਜਨਮ ਨਾ ਭੇੜੀ ਅੰਗ, ਇਹਨੂੰ ਭੇੜੀ ਨਹੀਂ ਬੋਲਣਾ, ਭੇੜੀ ਬਿੰਦੀ ਲਗਾ ਕੇ ਭੇੜੀ। ਭੇੜੀ ਦਾ ਮਤਲਬ ਛੂਣਾ, ਮੈਂ ਛੂੰਦੀ ਬਿਨਾ। ਜਨਮ ਦੇ ਮੰਮੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਜਨਮ ਵਿੱਚ, ਜਨਮ ਭਰ, ਸਾਰੀ ਉਮਰ। ਜੇ ਮੈਨੂੰ ਪਤਾ ਹੁੰਦਾ ਕਿ ਇਹ ਤੇ ਨਕਾਰਾ ਬਗਲਾ ਹੈ ਤਾਂ ਮੈਂ ਕਦੇ ਉਹਦੇ ਨੇੜੇ ਨਾ ਟੁੱਕਦੀ, ਯਾਨੀ ਮੈਂ ਉਹਦੀ ਸੰਗਤ ਨਾ ਕਰਦਾ। ਤਾਂ ਇਥੋਂ ਸਾਨੂੰ ਸਮਝਾਇਆ ਜਾ ਰਿਹਾ ਕਿ ਇਸ ਦੁਨੀਆ ਦੇ ਅੰਦਰ ਭੁਲੇਖਾ ਹੈ ਬਹੁਤ ਵੱਡਾ, ਔਰ ਬਹੁਤ ਸਾਰੀ ਲੁਕਾਈ ਭੁਲੇਖੇ ਦੇ ਕਾਰਨ ਠੱਗੀ ਜਾ ਰਹੀ ਹੈ, ਲੁੱਟੀ ਜਾ ਰਹੀ ਹੈ, ਆਰਥਿਕ ਔਰ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ। ਇਹਨੂੰ ਅਸੀਂ ਇੱਕ ਨਿੱਕੀ ਜਿਹੀ ਮਿਸਾਲ ਰਾਹੀਂ ਸਮਝ ਸਕਦੇ ਹਾਂ। ਜਿਵੇਂ ਰਾਵਣ ਹੈ, ਤੇ ਰਾਵਣ ਹੁਣ ਹੰਸ ਬਣ ਕੇ ਆ ਰਿਹਾ ਹੈ, ਧਾਰਮਿਕ ਪਹਿਨਾਵਾ ਉਹਨੇ ਪਹਿਨਿਆ ਹੈ, ਤਿਲਕ ਲਾਇਆ ਹੈ, ਮਾਲਾ ਪਾਈ ਹੈ, ਸਾਧੂ ਵਾਲਾ ਭੇਸ਼ ਹੈ, ਤੇ ਸੀਤਾ ਜੀ ਨੂੰ ਆਣ ਕੇ ਕਹਿੰਦਾ ਕਿ ਮੈਨੂੰ ਭੀਖ ਚਾਹੀਦੀ ਹੈ, ਦਕਸ਼ਣਾ ਚਾਹੀਦੀ ਹੈ। ਤੇ ਉਹਨਾਂ ਦੇ ਇਤਿਹਾਸ ਮਿਥਿਆਸ ਮੁਤਾਬਕ ਸੀਤਾ ਜੀ ਅੰਦਰੋਂ ਦੇਣ ਲੱਗਦੇ ਨੇ ਭੇਟਾ, ਤੇ ਉਹ ਕਹਿੰਦਾ ਨਹੀਂ, ਬਾਹਰ ਆ ਕੇ ਇਸ ਤਰ੍ਹਾਂ ਬਾਬਿਆਂ ਨੂੰ ਨਹੀਂ, ਇਸ ਤਰ੍ਹਾਂ ਮਹਾਂਪੁਰਸ਼ਾਂ ਦੀ ਸੇਵਾ ਨਹੀਂ ਕਰੀਦੀ। ਤੇ ਜਦੋਂ ਲక్ష్మణ ਰੇਖਾ ਨੂੰ ਪਾਰ ਕਰਦੀ ਹੈ ਤੇ ਰਾਵਣ ਉਸ ਨੂੰ ਚੱਕ ਕੇ ਲੈ ਜਾਂਦਾ। ਹੁਣ ਦੇ ਸੀਤਾ ਜੀ ਉਹਦੇ ਪਹਿਨਾਵੇ ਨੂੰ ਨਾ ਵੇਖਦੀ, ਪਹਿਨਾਵੇ ਤੇ ਵਿਸ਼ਵਾਸ ਨਾ ਕਰਦੀ, ਉਹਨੂੰ ਇਹ ਪਤਾ ਹੁੰਦਾ ਕਿ ਪਹਿਨਾਵੇ ਦੇ ਅੰਦਰ ਛਿਪਿਆ ਹੋਇਆ ਬੰਦਾ ਕੁਝ ਹੋਰ ਹੈ, ਤਾਂ ਸੀਤਾ ਹਰਨ ਨਹੀਂ ਸੀ ਹੋਣਾ। ਤਾਂ ਇੱਥੇ ਸਾਨੂੰ ਇਹ ਗੱਲ ਸਮਝਾਈ ਜਾ ਰਹੀ ਹੈ ਕਿ ਇਸ ਦੁਨੀਆ ਵਿੱਚ ਭੁਲੇਖਾ ਪਾਉਣ ਵਾਲੇ ਵੀ ਬਹੁਤ ਨੇ, ਬਹੁ ਗਿਣਤੀ ਹੈ, ਖਾਸ ਕਰਕੇ ਧਾਰਮਿਕ ਦੁਨੀਆ ਵਿੱਚ। ਧਾਰਮਿਕ ਦੁਨੀਆ ਦੇ ਅੰਦਰ ਇਮੋਸ਼ਨਲ ਬਲੈਕਮੇਲ ਜ਼ਿਆਦਾ ਹੁੰਦਾ ਹੈ, ਕਿਉਂਕਿ ਇੱਥੇ ਸ਼ਰਧਾਵਾਨ ਲੋਕ ਨੇ, ਇੱਥੇ ਵਿਸ਼ਵਾਸ ਕੀਤਾ ਜਾਂਦਾ ਹੈ ਧਰਮੀ ਲੋਕਾਂ ਤੇ। ਰਾਜਨੀਤੀ ਵਿੱਚ ਕਿਸੇ ਦਾ ਕੋਈ ਵਿਸ਼ਵਾਸ ਨਹੀਂ ਹੈ, ਉੱਥੇ ਪਤਾ ਹੀ ਹੈ ਕਿ ਗੜਬੜ ਹੈ। ਵਪਾਰ ਦੇ ਵਿੱਚ ਪਤਾ ਹੈ ਬੰਦੇ ਨੂੰ ਕਿ ਇੱਥੇ ਗੜਬੜ ਹੋ ਜਾਣੀ ਹੈ, ਕਰ ਸਕਦਾ ਹੈ ਕੋਈ, ਲੇਕਿਨ ਧਾਰਮਿਕ ਬੰਦਿਆਂ ਤੋਂ ਐਸਾ ਉਮੀਦ ਨਹੀਂ ਹੁੰਦੀ ਕਿ ਜਿਸ ਨੇ ਧਾਰਮਿਕ ਪਹਿਨਾਵਾ ਪਹਿਨਿਆ ਹੋਏ, ਧਾਰਮਿਕ ਕੰਮ ਕਰਦਾ ਹੋਏ, ਤੇ ਉਹਦੇ ਤੋਂ ਉਮੀਦ ਨਹੀਂ ਹੁੰਦੀ ਕਿ ਉਹ ਗਲਤ ਕਰੇਗਾ। ਅਸੀਂ ਬਹੁਤੀ ਵਾਰੀ ਲੋਕਾਂ ਤੇ ਇਸ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ ਕਿ ਇਹ ਬੰਦਾ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਹੈ, ਮੰਦਿਰ ਜਾਂਦਾ ਹੈ, ਮਸੀਤ ਜਾਂਦਾ ਹੈ, ਬਾਣੀ ਪੜ੍ਹਦਾ ਹੈ, ਤੀਰਥਾਂ ਤੇ ਜਾਂਦਾ ਹੈ, ਪੁੰਨ ਦਾਨ ਵੀ ਕਰਦਾ ਹੈ, ਤਾਂ ਇਹਨੇ ਧਾਰਮਿਕ ਪਹਿਨਾਵਾ ਪਾਇਆ, ਬੰਦਾ ਬਹੁਤ ਚੰਗਾ ਹੋਏਗਾ, ਵਿਸ਼ਵਾਸ ਕਰੀਦਾ ਨਾ। ਤੇ ਕਈ ਵਾਰ ਐਸੇ ਬੰਦੇ ਫਿਰ ਬਹੁਤ ਵੱਡਾ ਧੋਖਾ ਦਿੰਦੇ ਨੇ, ਔਰ ਐਸਾ ਧੋਖਾ ਅੱਜ ਦਿੱਤਾ ਵੀ ਜਾ ਰਿਹਾ ਹੈ। ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ ਨੇ। ਦੇਖੋ ਹੁਣ ਜੇ ਅਸੀਂ ਸੱਚੇ ਸੌਦੇ ਵਾਲੇ ਦੀ ਹੀ ਗੱਲ ਕਰੀਏ ਤਾਂ ਕਿੰਨਾ ਲੋਕਾਂ ਦਾ ਵਿਸ਼ਵਾਸ ਸੀ ਨਾ ਉਹਦਾ, ਸ਼ਰਧਾਲੂਆਂ ਦਾ ਉਹਦੇ ਤੇ। ਪਿਤਾ ਜੀ ਕਹਿੰਦੇ ਸਨ, ਗੋਡ ਆਫ ਮੈਸੇਂਜਰ ਕਹਿੰਦੇ ਸਨ, ਲੇਕਿਨ ਅਸਲੀਅਤ ਕੁਝ ਹੋਰ ਨਿਕਲੀ। ਅੱਜ ਜੇਲ੍ਹ ਵਿੱਚ ਹੈ, ਬਾਪੂ ਹੈ, ਹੋਰ ਨੇ, ਇੱਕ ਨਹੀਂ ਅਨੇਕਾਂ ਲੋਕਾਂ ਦੀਆਂ ਰੋਜ਼ ਐਸੀਆਂ ਖਬਰਾਂ ਛਪਦੀਆਂ ਨੇ। ਭੋਲੇ ਭਾਲੇ ਲੋਕ ਵਿਚਾਰੇ
ਧਾਰਮਿਕ ਪਹਿਨਾਵੇ ਨੂੰ ਵੇਖ ਕੇ ਵਿਸ਼ਵਾਸ ਕਰ ਲੈਂਦੇ ਨੇ। ਤਾਂ ਬਾਬਾ ਫਰੀਦ ਜੀ ਇੱਥੇ ਸਾਨੂੰ ਇਹੀ ਚੀਜ਼ ਸਮਝਾ ਰਹੇ ਨੇ, ਮੈਂ ਜਾਣਿਆ ਵਡਹੰਸ ਹੈ। ਵਡਹੰਸ ਦਾ ਮਤਲਬ ਵੱਡਾ ਹੰਸ, ਕੋਈ ਉੱਚੇ ਜੀਵਨ ਵਾਲਾ ਬੰਦਾ, ਕਿਉਂਕਿ ਚਿੱਟੇ ਖੰਭ ਨੇ ਬਗਲੇ ਦੇ ਵੀ, ਚਿੱਟੇ ਖੰਭ ਨੇ ਹੰਸ ਦੇ ਵੀ। ਬਗਲਾ ਵੀ ਪਾਣੀ ਵਿੱਚ ਹੈ, ਹੰਸ ਵੀ ਪਾਣੀ ਵਿੱਚ ਹੈ। ਔਰ ਹੰਸ ਦੀ ਬਜਾਏ ਜ਼ਿਆਦਾ ਸ਼ਾਂਤੀ ਦੇ ਨਾਲ ਬਗਲਾ, ਅੱਧੀਆਂ ਅੱਖਾਂ ਵੀ ਬੰਦ ਨੇ, ਇੱਕ ਪੈਰ ਵੀ ਚੁੱਕਿਆ ਹੋਇਆ ਹੈ, ਐਨ ਸ਼ਾਂਤ ਖਲੋਤਾ ਹੈ, ਬਿਲਕੁਲ ਹਿਲਦਾ ਜੁਲਦਾ ਨਹੀਂ ਹੈ, ਲੱਗਦਾ ਹੈ ਸਮਾਧੀ। ਪਰ ਜਦੋਂ ਕੋਈ ਡੱਡੀ ਮੱਛੀ ਨੇੜੇ ਹੁੰਦੀ ਹੈ, ਨਾਲ ਦੇ ਨਾਲ ਝਪੱਟਾ ਮਾਰਦਾ ਹੈ। ਮਜ਼ਾਲ ਹੈ ਕੋਈ ਡੱਡੀ ਮੱਛੀ ਬਚ ਕੇ ਬਗਲੇ ਤੋਂ ਨਿਕਲ ਜਾਏ। ਤਾਂ ਇਸ ਦੁਨੀਆ ਦੇ ਅੰਦਰ ਜੋ ਬਗਲਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਤੇ ਵਿਸ਼ਵਾਸ ਕਰਨ ਦੇ ਨਾਲ ਜੀਵਨ ਖਤਮ ਹੋ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ। ਚਾਹੇ ਉਹ ਰਾਜਨੀਤੀ ਦੀ ਦੁਨੀਆ ਵਿੱਚ ਨੇ, ਬਾਹਰੋਂ ਮਿੱਠੀਆਂ ਚੋਪੜੀਆਂ ਗੱਲਾਂ ਕਰਨਗੇ, ਲੇਕਿਨ ਜੋ ਕੁਛ ਉਹ ਕਰਦੇ ਨੇ ਤੁਹਾਨੂੰ ਪਤਾ ਹੈ, ਸਾਰਿਆਂ ਦੀ ਗੱਲ ਨਹੀਂ, ਬਹੁ ਗਿਣਤੀ ਦੀ ਗੱਲ। ਸਮਾਜਿਕ ਦੁਨੀਆ ਵਿੱਚ, ਸੋਸ਼ਲ ਲਾਈਫ ਵਿੱਚ ਵੇਖ ਲਓ, ਬਹੁਤ ਸਾਰੇ ਲੋਕ ਐਸੇ ਨੇ, ਬਾਹਰੋਂ ਬਹੁਤ ਚੰਗੀਆਂ ਚੰਗੀਆਂ ਗੱਲਾਂ ਕਰਨਗੇ, ਲੇਕਿਨ ਜਦੋਂ ਉਹਨਾਂ ਦੇ ਜੀਵਨ ਨੂੰ ਪਰਖਿਆ ਜਾਂਦਾ ਹੈ ਤਾਂ ਬੜੇ ਵੱਡੇ ਧੋਖੇਬਾਜ਼ ਨਿਕਲ ਆਉਂਦੇ ਨੇ। ਆਰਥਿਕ ਦੁਨੀਆ ਦੇ ਵਿੱਚ ਵੀ ਇਹੀ ਹਾਲ ਹੈ। 2 ਨੰਬਰ ਦੇ ਧੰਦੇ। ਕੱਲ ਪਰਸੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਨਾ, ਕਿ ਗਰਮ ਮਸਾਲਾ ਜਿਹੜਾ ਉਹ ਬਣਾ ਰਹੇ ਨੇ, ਤਾਂ ਉਹਦੇ ਵਿੱਚ ਗੋਹਾ ਜਿਹੜਾ ਹੈ ਸੁੱਕਿਆ, ਉਹ ਪੀ ਪੀ ਕੇ ਪਾ ਰਹੇ ਨੇ, ਉਹਦੇ ਵਿੱਚ ਰੰਗ ਪਾ ਰਹੇ ਨੇ, ਇੱਟਾਂ ਪੀ ਕੇ ਪਾ ਰਹੇ ਨੇ। ਕਿੰਨਾ ਖਿਲਵਾੜ ਜ਼ਿੰਦਗੀ ਦੇ ਨਾਲ ਕੀਤਾ ਜਾ ਰਿਹਾ ਨਾ। ਇਹਨਾਂ ਨੂੰ ਕਹਿੰਦੇ ਨੇ ਵਡਹੰਸ ਤੇ ਬਗਲੇ, ਕਿ ਹੈ ਬਣੇ ਵਡਹੰਸ ਨੇ, ਕੱਪੜੇ ਚੰਗੇ ਪਾਏ ਨੇ, ਗੱਲਾਂ ਚੰਗੀਆਂ ਕਰਦੇ ਨੇ, ਲੋਕ ਭਲਾਈ ਦੀਆਂ, ਲੇਕਿਨ ਅੰਦਰ ਕਰਤੂਤਾਂ ਇਹ ਨੇ। ਇਸੇ ਤਰ੍ਹਾਂ ਧਾਰਮਿਕ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਧਾਰਮਿਕ ਪਹਿਨਾਵਾ ਪਹਿਨਿਆ ਹੈ, ਆਪਣੇ ਆਪਣੇ ਧਰਮ ਮੁਤਾਬਕ ਧਾਰਮਿਕ ਪਹਿਨਾਵਾ ਵੀ ਪਹਿਨਿਆ ਹੈ, ਜਪ ਤਪ ਸੰਜਮ ਵੀ ਕਰ ਰਹੇ ਨੇ, ਪਾਠ ਪੂਜਾ ਵੀ ਕਰ ਰਹੇ ਨੇ, ਤੀਰਥਾਂ ਤੇ ਵੀ ਨਹਾ ਰਹੇ ਨੇ, ਲੇਕਿਨ ਬਹੁਤ ਵੱਡੇ ਵੱਡੇ ਘਪਲੇ ਕਰਦੇ ਨੇ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਬਾਹਰੀ ਤੌਰ ਤੇ ਗੱਲੀ ਬਾਤੀ ਇਹਦੀਆਂ ਚੋਪੜੀ ਪ੍ਰੀਤ ਸੁਣ ਕੇ, ਇਹਦਾ ਪਹਿਨਾਵਾ ਵੇਖ ਕੇ ਮੈਂ ਇਹਦੇ ਨਾਲ ਸੰਗ ਕੀਤਾ ਕਿ ਸ਼ਾਇਦ ਮੈਨੂੰ ਕੋਈ ਮਾਨਸਿਕ ਆਤਮਿਕ ਲਾਭ ਹੋਏਗਾ, ਮੈਂ ਪ੍ਰਭੂ ਮਿਲਾਪ ਹਾਸਲ ਕਰ ਸਕਾਂਗਾ, ਮੇਰੀ ਜ਼ਿੰਦਗੀ ਵਿੱਚ ਵਿਗਾਸਤਾ ਆਏਗੀ, ਮੇਰਾ ਜੀਵਨ ਚੰਗਾ ਬਣ ਜਾਏਗਾ। ਜੇ ਜਾਣਾ ਬਗ ਬਪੜਾ ਪਰੇ, ਤੇ ਹੁਣ ਵਿਚਾਰਾ ਬਗਲਾ ਨਿਕਲਿਆ ਧੋਖੇਬਾਜ਼। ਜੇ ਮੈਨੂੰ ਪਤਾ ਹੁੰਦਾ, ਕਦੇ ਵੀ ਮੈਂ ਇਹਦੀ ਸੰਗਤ ਨਾ ਕਰਦਾ, ਮੇਰਾ ਜੀਵਨ ਬਰਬਾਦ ਨਾ ਹੁੰਦਾ। ਤਾਂ ਇੱਥੋਂ ਸਾਨੂੰ ਸੇਧ ਮਿਲ ਰਹੀ ਹੈ, ਗੁਰਬਾਣੀ ਵਿੱਚ ਬਚਨ, ਕਾਚੇ ਗੁਰ ਤੇ ਮੁਕਤ ਨਾ ਹੁਆ, ਕੱਚੇ ਪਿੱਲੇ ਗੁਰੂ ਤੋਂ ਮੁਕਤੀ ਨਹੀਂ ਹੁੰਦੀ। ਇਸ ਲਈ ਬਾਹਰੀ ਪਹਿਨਾਵੇ ਨੂੰ ਵੇਖ ਕੇ ਪ੍ਰਭਾਵਿਤ ਨਾ ਹੋਣਾ, ਉਸ ਬੰਦੇ ਦੇ ਕਰਮ ਕਰਤੂਤ ਜ਼ਰੂਰ ਵੇਖਣੇ, ਆਚਰਨ ਦੀ ਮਹਾਨਤਾ ਹੈ। ਇਸ ਲਈ ਐਸੇ ਲੋਕਾਂ ਤੋਂ ਬਚਣ ਦੀ ਜ਼ਰੂਰਤ ਹੈ ਤੇ ਡਾਇਰੈਕਟ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਪਹਿਲੀ ਗੱਲ, ਅਸੀਂ ਧੋਖਾ ਨਾ ਖਾਈਏ ਕਿਸੇ ਤੋਂ, ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਤੇ ਦੂਜੀ ਗੱਲ ਇਹ ਹੈ ਕਿ ਅਸੀਂ ਵੀ ਕਿਸੇ ਦੇ ਨਾਲ ਧੋਖਾ ਨਾ ਕਰੀਏ। ਧਾਰਮਿਕ ਕੱਪੜੇ ਪਾ ਕੇ, ਧਾਰਮਿਕ ਪਹਿਨਾਵਾ ਪਹਿਨ ਕੇ ਤੇ ਅਸੀਂ ਸਹੀ ਜ਼ਿੰਦਗੀ ਜੀਵੀਏ। ਸਾਡਾ ਵੀ ਫਰਜ਼ ਬਣਦਾ ਹੈ, ਹਰ ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਅੰਦਰੋਂ ਬਾਹਰੋਂ ਇੱਕ ਹੋ ਕੇ ਜੀਵੇ, ਹੰਸਾਂ ਵਾਲਾ ਵਿਖਾਵਾ ਕਰਕੇ ਬਗਲਿਆਂ ਵਾਲੀ ਜ਼ਿੰਦਗੀ ਨਾ ਜੀਵੇ। ਜੇ ਇਨਸਾਨ ਐਸੀ ਜ਼ਿੰਦਗੀ ਜੀਵੇ ਚੰਗੀ, ਤਾਂ ਫਿਰ ਇਹ ਸਮਾਜ ਸੋਹਣਾ ਹੋ ਸਕਦਾ ਹੈ, ਇਹ ਸੰਸਾਰ ਸਵਰਗ ਹੋ ਸਕਦਾ ਹੈ, ਸਾਡੇ ਘਰ ਪਰਿਵਾਰ ਸੋਹਣੇ ਹੋ ਸਕਦੇ ਨੇ। ਘਰਾਂ ਪਰਿਵਾਰਾਂ ਵਿੱਚ ਵੀ, ਆਪਸੀ ਰਿਸ਼ਤਿਆਂ ਦੇ ਵਿੱਚ ਵੀ ਅਸੀਂ ਹੰਸ ਬਿਰਤੀ ਦੇ ਨਾਲ ਜੀਵੀਏ, ਬਗਲਾ ਬਿਰਤੀ ਦੇ ਨਾਲ ਨਹੀਂ। ਅਗਲਾ ਬਚਨ ਕਰਦੇ ਨੇ, ਕਿਆ ਹੰਸ ਕਿਆ ਬਗੁਲਾ, ਜਾ ਕੋ ਨਦਰ ਕਰੇ, ਜੇ ਤਿਸ ਭਾਵੇ ਨਾਨਕਾ, ਕਾਗੋਂ ਹੰਸ ਕਰੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਚਾਹੇ ਕੋਈ ਹੰਸ ਹੈ ਜਾਂ ਬਗਲਾ ਹੈ, ਗੱਲ ਹੈ ਪ੍ਰਭੂ ਦੀ ਰਹਿਮਤ ਦੀ। ਜੇ ਰੱਬੀ ਰਹਿਮਤ ਦਾ ਕੋਈ ਪਾਤਰ ਬਣ ਜਾਏ, ਜਿਹਦੇ ਤੇ ਰੱਬ ਰਹਿਮਤ ਕਰੇ। ਹੁਣ ਰੱਬ ਦੀ ਰਹਿਮਤ ਸਾਰਿਆਂ ਤੇ ਹੈ, ਇਹ ਗੱਲ ਆਪਾਂ ਬਹੁਤ ਵਾਰੀ ਵਿਚਾਰ ਚੁੱਕੇ ਹਾਂ ਕਿ ਆ ਜੋ ਅਸੀਂ ਧਰਤੀ ਵੇਖ ਰਹੇ ਹਾਂ, ਸੂਰਜ ਹੈ, ਚੰਦਰਮਾ ਹੈ, ਗ੍ਰਹਿ ਨਕਸ਼ਤਰ ਨੇ, ਤਾਰੇ ਸਿਆਰੇ ਸਿਤਾਰੇ ਨੇ, ਆਕਾਸ਼ ਗੰਗਾਵਾਂ ਨੇ, ਪਹਾੜ ਨੇ, ਵਨਸਪਤੀ ਹੈ, ਝਰਨੇ ਨੇ, ਨਦੀਆਂ ਨੇ, ਝੀਲਾਂ ਨੇ, ਮਨੁੱਖ ਮਾਤਰ ਨੇ, ਜੋ ਕੁਝ ਵੀ ਨਜ਼ਰੀ ਪੈ ਰਿਹਾ ਹੈ, ਕਿਰਪਾ ਹੀ ਤੇ ਹੈ। ਸਾਨੂੰ ਮਨੁੱਖੀ ਸਰੀਰ ਮਿਲਿਆ ਹੈ, ਧੀਆਂ ਪੁੱਤਰ, ਜ਼ਮੀਨ ਜਾਇਦਾਦ, ਇਹ ਕਿਰਪਾ ਹੀ ਤੇ ਹੈ। ਜਿਹੜੇ ਸ਼ੁਭ ਗੁਣ ਨੇ, ਉਹ ਕਿਰਪਾ ਹੀ ਤੇ ਹੈ। ਹੁਣ ਰੱਬ ਤਾਂ ਹੈ ਹੀ ਕਿਰਪਾ ਦਾ ਸਾਗਰ, ਗੁਰੂ ਤਾਂ ਹੈ ਹੀ ਕਿਰਪਾ ਦਾ ਸਾਗਰ। ਗੱਲ ਇਹ ਹੈ ਕਿ ਅਸੀਂ ਹੁਣ ਕਿਰਪਾ ਕਿੰਨੀ ਕੁ ਲੈਣੀ ਹੈ ਜਾਂ ਨਹੀਂ ਲੈਣੀ, ਇਹ ਸਾਡੇ ਤੇ ਡਿਪੈਂਡ ਕਰੇਗਾ।
ਆਪਾਂ ਰੋਜ਼ ਵਿਚਾਰ ਕਰਦੇ ਆ ਨਾ, ਗੁਰੂ ਜੀ ਨੇ ਕਿਰਪਾ ਕੀਤੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਿ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਰਾਹ ਤੇ ਤੁਰੋ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਤੇ ਕਹਿਣ ਲੱਗੇ ਜੇ ਤੁਸੀਂ ਇਹਦੇ ਤੇ ਅਮਲ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਅੰਦਰ ਹੈਰਾਨ ਕਰ ਦੇਣ ਵਾਲੀ ਤਬਦੀਲੀ ਆ ਜਾਏਗੀ, ਆਤਮਿਕ ਜੀਵਨ ਮਿਲ ਜਾਏਗਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਕਿਰਪਾ ਕੀਤੀ ਨਾ, ਸਾਨੂੰ ਸਾਰਿਆਂ ਨੂੰ ਸਮਝਾਇਆ। ਹੁਣ ਜਿਹੜੇ ਗੁਰਸਿੱਖ ਮਿੱਤਰਾਂ ਨੇ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ, ਉਹਨਾਂ ਨੇ ਕਿਰਪਾ ਨੂੰ ਝੋਲੀ ਚ ਪਵਾ ਲਿਆ, ਉਹ ਕਿਰਪਾ ਦੇ ਪਾਤਰ ਬਣ ਗਏ। ਤੇ ਮੈਂ ਕਹਿ ਦਿੱਤਾ ਕਿ ਪਾਤਸ਼ਾਹ ਮੈਨੂੰ ਇਹ ਕਿਰਪਾ ਨਹੀਂ ਚਾਹੀਦੀ, ਮੈਂ ਤੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਵਾਲੀ ਪੰਕਤੀ ਤੇ ਅਮਲ ਨਹੀਂ ਕਰਨਾ, ਮੈਂ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਣੀ, ਤਾਂ ਇਹਦਾ ਮਤਲਬ ਮੈਂ ਕਿਰਪਾ ਤੋਂ ਇਨਕਾਰ ਕਰ ਦਿੱਤਾ ਨਾ। ਤਾਂ ਇੱਥੇ ਕਿਰਪਾ ਦੇ ਪਾਤਰ ਬਣਨਾ ਹੈ। ਜਿਹੜਾ ਕਿਰਪਾ ਦਾ ਪਾਤਰ ਬਣ ਜਾਏ, ਚਾਹੇ ਕੋਈ ਹੰਸ ਹੈ ਚਾਹੇ ਕੋਈ ਬਗਲਾ ਹੈ, ਉਹਨੂੰ ਰੱਬ ਆਪਣਾ ਬਣਾ ਲੈਂਦਾ ਹੈ। ਜੇ ਬਗਲਾ ਵੀ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਏ ਨਾ, ਰੱਬੀ ਰਜ਼ਾ ਦੇ ਵਿੱਚ ਤੁਰੇ, ਤਾਂ ਬਗਲਾ ਵੀ ਹੰਸ ਹੋ ਸਕਦਾ ਹੈ। ਭਾਵ ਬਗਲੇ ਵਾਲੀ ਜ਼ਿੰਦਗੀ ਵਾਲਾ ਬੰਦਾ, ਮੈਂ ਬਗਲੇ ਜਾਨਵਰ ਦੀ ਨਹੀਂ ਕਹਿ ਰਿਹਾ ਕਿ ਉਹ ਹੰਸ ਬਣ ਜਾਏਗਾ, ਬਗਲੇ ਵਾਲੀ ਬਿਰਤੀ ਵਾਲਾ ਬੰਦਾ ਵੀ ਹੰਸ ਬਿਰਤੀ ਵਾਲਾ ਹੋ ਸਕਦਾ ਹੈ। ਔਰ ਐਸਾ ਹੋਇਆ ਹੈ, ਅਸੀਂ ਰੋਜ਼ ਮਿਸਾਲਾਂ ਦਿੰਦੇ ਹਾਂ ਸੱਜਣ ਦੀਆਂ, ਭੂਮੀਆਂ ਦੀਆਂ, ਹੋਰ ਅਨੇਕਾਂ। ਹੁਣ ਅਗਲਾ ਬਚਨ ਕਰਦੇ ਨੇ, ਜੇ ਤਿਸ ਭਾਵੈ ਨਾਨਕਾ, ਜੇ ਰੱਬ ਨੂੰ ਭਾ ਜਾਏ, ਕਾਗੋਂ ਹੰਸ ਕਰੇ, ਤਾਂ ਉਹ ਕਾਂ ਤੋਂ ਵੀ ਹੰਸ ਬਣਾ ਦਿੰਦਾ ਹੈ। ਕਾਗੋਂ ਹੰਸ ਕਰੇ, ਭਾਵੇ ਦਾ ਮਤਲਬ ਰਜ਼ਾ ਪਾਣਾ, ਜੋ ਰੱਬੀ ਰਜ਼ਾ ਦੇ ਵਿੱਚ ਤੁਰੇ, ਜੇ ਰੱਬ ਦੀ ਰਜ਼ਾ ਚੰਗੀ ਲੱਗ ਜਾਏ, ਰੱਬ ਦੀ ਰਜ਼ਾ ਭਾ ਜਾਏ, ਤਾਂ ਕਾਗੋਂ ਹੰਸ ਕਰੇ। ਕਾਗੋਂ ਦਾ ਮਤਲਬ ਕਾਂ ਤੋਂ, ਹੰਸ ਦਾ ਮਤਲਬ ਹੰਸ। ਹੁਣ ਕਾਂ ਕੌਣ ਹੈ? ਇਹ ਨਹੀਂ ਕਿ ਕਾਂ ਜਿਹੜਾ ਹੈ ਉਹ ਹੰਸ ਬਣ ਜਾਏਗਾ, ਇੱਥੇ ਕਾਂ ਦਾ ਮਤਲਬ ਹੈ ਜੋ ਕਾਂ ਵਰਗੀ ਬਿਰਤੀ ਵਾਲਾ ਬੰਦਾ ਹੈ, ਕਾਗ ਬਿਰਤੀ ਵਾਲਾ ਬੰਦਾ ਹੈ। ਹੁਣ ਕਾਂ ਦੀ ਬਿਰਤੀ ਕੀ ਹੈ? ਉਹ 36 ਕਿਸਮ ਦੇ ਭੋਜਨ ਪਦਾਰਥਾਂ ਨੂੰ ਤਿਆਗ ਕੇ ਵਿਸ਼ਟਾ ਦੇ ਵਿੱਚ ਝੁੰਝਾ ਮਾਰੇਗਾ, ਉਹ ਕਾਂ ਕਾਂ ਕਰੇਗਾ। ਕਾਂ ਬਿਰਤੀ ਵਾਲਾ ਇਹੀ ਬੰਦਾ ਹੈ, ਦੂਜਿਆਂ ਦੇ ਹੱਥੋਂ ਖੋਹ ਕੇ ਖਾਏਗਾ, ਗੰਦਗੀ ਵਿੱਚ ਵਿਸ਼ਟਾ ਵਿੱਚ ਝੁੰਝਾ ਮਾਰੇਗਾ। ਕਾਂ ਬਿਰਤੀ ਵਾਲਾ ਬੰਦੇ ਦੇ ਕੋਲੋਂ ਤੁਸੀਂ ਸਿਫਤ ਨਹੀਂ ਸੁਣੋਗੇ, ਕਿਸੇ ਦੀ ਨਿੰਦਿਆ ਸੁਣੋਗੇ, ਬਦਖੋਈ ਸੁਣੋਗੇ, ਕੌੜੇ ਬੋਲ ਸੁਣੋਗੇ। ਹੁਣ ਦੇਖੋ, ਕਾਂ ਕਿਸੇ ਦਾ ਕੁਝ ਖੋਹਦਾ ਨਹੀਂ ਤੇ ਕੋਇਲ ਕਿਸੇ ਨੂੰ ਕੁਝ ਦਿੰਦੀ ਨਹੀਂ। ਕੋਇਲ ਨਾਲ ਲੋਕ ਪਿਆਰ ਕਰਦੇ ਨੇ ਕਿਉਂਕਿ ਉਹਦੀ ਬੋਲੀ ਬੜੀ ਮਿੱਠੀ ਹੈ। ਕਾਂ ਨਾਲ ਲੋਕ ਨਫ਼ਰਤ ਕਰਦੇ ਨੇ ਕਿਉਂਕਿ ਉਹ ਕਾਂ ਕਾਂ ਕਰਦਾ ਰਹਿੰਦਾ ਹਰ ਥਾਂ ਦੇ ਉੱਤੇ। ਤਾਂ ਇੱਥੇ ਕਾਂ ਦੀ ਬਿਰਤੀ ਦੀ ਗੱਲ ਕੀਤੀ ਜਾ ਰਹੀ ਹੈ, ਜੋ ਪਾਪਾਂ ਦੇ ਨਾਲ ਕਾਂ ਦੀ ਤਰ੍ਹਾਂ ਕਾਲਾ ਹੋਇਆ ਪਿਆ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆ। ਜਿਹਦੀ ਸੁਰਤ ਕਾਲੀ ਹੈ, ਜਿਹਦੀ ਸੋਚ ਕਾਲੀ ਹੈ, ਜਿਹਦੀ ਮੱਤ ਭੈੜੀ ਹੈ, ਜਿਹਦੀ ਮੱਤ ਹੋਛੀ ਹੈ, ਜਿਹਦੇ ਮਨ ਦੇ ਅੰਦਰ ਪਾਪ ਵਿਕਾਰਾਂ ਦੀ ਕਾਲਖ ਭਰੀ ਪਈ ਹੈ, ਜੋ ਕਾਂ ਵਰਗਾ ਕਾਲਾ ਹੈ ਪਾਪਾਂ ਦੇ ਨਾਲ, ਜਿਸ ਦੀ ਕਾਗ ਵਾਲੀ ਬਿਰਤੀ ਹੈ, ਗੁਣਾਂ ਨੂੰ ਛੱਡ ਕੇ ਔਗਣਾਂ ਦੇ ਵਿੱਚ ਚੁੰਝਾ ਮਾਰਦਾ ਫਿਰਦਾ ਹੈ। ਤਾਂ ਗੁਰੂ ਜੀ ਪੋਸੀਬਿਲਿਟੀ ਦਰਸਾ ਰਹੇ ਨੇ ਕਿ ਜੇ ਉਹ ਰੱਬ ਦੀ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕਰ ਦੇਵੇ ਤਾਂ ਉਹ ਵੀ ਹੰਸ ਹੋ ਸਕਦਾ ਹੈ, ਉਹ ਵੀ ਆਤਮਿਕ ਜ਼ਿੰਦਗੀ ਜੀ ਸਕਦਾ ਹੈ, ਉਹ ਵੀ ਮਨ ਬਚਨ ਕਰਮ ਕਰਕੇ ਚੰਗਾ ਹੋ ਸਕਦਾ ਹੈ, ਉਹ ਇਨਸਾਨ ਵੀ ਸਚਿਆਰ ਹੋ ਸਕਦਾ ਹੈ, ਉਹ ਵੀ ਰੱਬ ਦੇ ਵਿੱਚ ਮਿਲ ਕੇ ਰੱਬ ਵਰਗਾ ਹੋ ਸਕਦਾ ਹੈ। ਕਿਵੇਂ? ਜੇ ਰੱਬੀ ਰਜ਼ਾ ਦੇ ਵਿੱਚ ਤੁਰੇ, ਰੱਬੀ ਹੁਕਮ ਦੇ ਅੰਦਰ ਤੁਰੇ, ਜੇ ਨਿਯਮਾਵਲੀ ਨੂੰ ਫੋਲੋ ਕਰੇ। ਤੇ ਜੇ ਸੌਖੇ ਸ਼ਬਦਾਂ ਵਿੱਚ ਅਸਾਂ ਸਮਝਣਾ ਹੋਵੇ ਸਿੱਖ ਵੀਰਾਂ ਭੈਣਾਂ ਨੇ, ਤਾਂ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਕੋਈ ਅਪਣਾ ਲਵੇ, ਗੁਰਬਾਣੀ ਦੇ ਇਹਨਾਂ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲਵੇ, ਤਾਂ ਉਹ ਇਨਸਾਨ ਕਾਗਾਂ ਤੋਂ ਹੰਸ ਹੋ ਸਕਦਾ ਹੈ, ਪਤਿਤ ਤੋਂ ਪਾਵਨ ਹੋ ਸਕਦਾ ਹੈ, ਨੀਵੇਂ ਤੋਂ ਉੱਚਾ ਹੋ ਸਕਦਾ ਹੈ, ਛੋਟੇ ਤੋਂ ਵੱਡਾ ਹੋ ਸਕਦਾ ਹੈ। ਚਿੰਤਾਵਾਂ ਦੇ ਅੰਦਰ ਫਸਿਆ ਹੋਇਆ ਇਨਸਾਨ ਖੁਸ਼ੀਆਂ ਖੇੜੇ ਮਾਣ ਸਕਦਾ ਹੈ, ਪਾਪਾਂ ਅਪਰਾਧਾਂ ਦੇ ਵਿੱਚ ਫਸਿਆ ਹੋਇਆ ਇਨਸਾਨ ਮਹਾਨ ਵੱਡਾ ਧਰਮੀ ਹੋ ਸਕਦਾ ਹੈ, ਆਤਮਿਕ ਮੌਤੇ ਮਰਿਆ ਹੋਇਆ ਬੰਦਾ ਆਤਮਿਕ ਜ਼ਿੰਦਗੀ ਜੀ ਸਕਦਾ ਹੈ। ਤਾਂ ਇੱਥੇ ਪੋਸੀਬਿਲਿਟੀ ਦਰਸਾਈ ਜਾ ਰਹੀ ਹੈ ਕਿ ਜੇਕਰ ਸੋਚ ਮਾੜੀ ਹੈ, ਜੇ ਕਰਮ ਮਾੜੇ ਨੇ, ਤਾਂ ਘਬਰਾਉਣ ਦੀ ਲੋੜ ਨਹੀਂ ਹੈ, ਆਸ ਦੀ ਕਿਰਨ ਹੈ। ਜੇ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਕੋਈ ਜੀਵੇਗਾ ਤੇ ਉਹਦੇ ਅੰਦਰ ਵੀ ਤਬਦੀਲੀ ਆ ਜਾਏਗੀ। ਜਿਵੇਂ ਅਸੀਂ ਬਹੁਤ ਵਾਰੀ ਇਹ ਸ਼ਬਦ ਵਿਚਾਰ ਚੁੱਕੇ ਹਾਂ, ਫੀਲ ਰਬਾਬੀ
ਬਲਦ ਪਖਾਵਜ ਕਊਆ ਤਾਲ ਬਜਾਵੇ, ਪਹਿਰ ਚੋਲਣਾ ਗਧਾ ਨਾਚੈ, ਪੈਸਾ ਭਗਤ ਕਰਾਵੇ। ਅਸੀਂ ਸ਼ਬਦ ਵਿਚਾਰ ਚੁੱਕੇ ਹਾਂ। ਅਪੁਸ਼ਟ ਬਾਤ ਤੇ ਪਈ ਸੀਦਰੀ, ਦੂਤ ਦੁਸ਼ਟ ਸਜਨਈ। ਜਦੋਂ ਮਾਲਕ ਦੀ ਰਹਿਮਤ ਦਾ ਕੋਈ ਪਾਤਰ ਬਣਦਾ ਹੈ ਤਾਂ ਉਹਦੇ ਜੀਵਨ ਦੀਆਂ ਪੁੱਠੀਆਂ ਗੱਲਾਂ ਸਿੱਧੀਆਂ ਹੋ ਜਾਂਦੀਆਂ ਨੇ, ਭਾਵ ਕਿ ਉਹ ਪੁੱਠੀਆਂ ਗੱਲਾਂ ਨੂੰ ਛੱਡ ਕੇ ਸਿੱਧੇ ਪਾਸੇ ਤੁਰ ਪੈਂਦਾ ਹੈ। ਜਿਹੜੇ ਉਹਦੇ ਦੁਸ਼ਮਣ ਸਨ ਉਹਨੂੰ ਮਿੱਤਰ ਪ੍ਰਤੀਤ ਹੋਣ ਲੱਗ ਪੈਂਦੇ ਨੇ। ਐਸੀ ਤਬਦੀਲੀ ਜ਼ਿੰਦਗੀ ਵਿੱਚ ਆ ਸਕਦੀ ਹੈ ਤੇ ਸਾਨੂੰ ਇਸ ਪਾਸੇ ਸੋਚਣਾ ਚਾਹੀਦਾ ਹੈ, ਦੁਨੀਆ ਦੇ ਹਰ ਮਨੁੱਖ ਨੂੰ, ਕਿ ਜੇ ਉਹਦੇ ਵਿੱਚ ਕਿਤੇ ਕਮੀ ਪੇਸ਼ੀ ਕੋਈ ਔਗਣ ਹੈ ਉਹਨੂੰ ਦੂਰ ਕਰਕੇ ਉਹ ਗੁਣਾਂ ਦਾ ਧਾਰਨੀ ਹੋਵੇ, ਐਸੀ ਸੰਭਾਵਨਾ ਉਹਦੇ ਵਿੱਚ ਮੌਜੂਦ ਹੈ। ਅਗਲਾ ਬਚਨ ਕਰਦੇ ਨੇ, ਸਰਵਰ ਪੰਖੀ ਹੇਕੜੋ ਹਾਹੀ ਵਾਲ 50, ਇਹ ਤਨ ਲਹਿਰੀ ਗੱਡ ਥੀਆ, ਸੱਚੇ ਤੇਰੀ ਆਸ। ਇਹਨੂੰ ਲਹਿਰੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਾਂਗੇ, ਲਹਿਰੀ। ਸਰਵਰ ਪੰਖੀ ਹੇਕੜੋ, ਸਰਵਰ ਦਾ ਮਤਲਬ ਤਲਾਬ, ਤਲਾਬ, ਸਰੋਵਰ। ਕਿਹੜਾ ਸਰੋਵਰ? ਆ ਜਿਹੜਾ ਸੰਸਾਰ ਹੈ ਇਹ ਸਰੋਵਰ ਹੈ, ਜ਼ਿੰਦਗੀ ਜਿਹੜੀ ਹੈ। ਹੇਕੜੋ ਦਾ ਮਤਲਬ ਇਕੱਲਾ। ਜਗਤ ਰੂਪ ਤਲਾਬ ਦਾ ਇਹ ਜੀਵ ਮਾਨੋ ਇਕੱਲਾ ਹੈ। ਇਹ ਜਗਤ ਦੇ ਅੰਦਰ ਇਹ ਜੀਵ ਇਕੱਲਾ ਹੈ, ਜਿੰਦ ਇਕੱਲੀ ਹੈ। ਫਾਹੀਵਾਲ 50, 50 ਦਾ ਮਤਲਬ 50, ਯਾਨੀ ਬਹੁਤੇ। ਫਾਈ ਲੈ ਕੇ ਇਹਨੂੰ ਫਸਾਉਣ ਵਾਲੇ 50 ਜਣੇ ਨੇ। ਸਰੋਵਰ ਦੇ ਉੱਤੇ ਪੰਛੀ ਇਕੱਲਾ ਹੈ ਤੇ ਜਿਹੜੇ ਸ਼ਿਕਾਰੀ ਨੇ ਉਹ 50 ਨੇ। ਹੁਣ ਕਿੰਨੀ ਕਾਸ ਕੀਤੀ ਜਾ ਸਕਦੀ ਹੈ ਕਿ ਇੱਕ ਜੀਵ ਹੋਵੇ, ਇੱਕ ਪੰਛੀ ਹੋਵੇ ਤੇ ਉਹਨੂੰ ਫਾਹੀਆਂ ਪਾਉਣ ਵਾਲੇ 50 ਬੈਠੇ ਹੋਣ ਚਫੇਰੇ, ਬੰਦੂਕਾਂ ਲੈ ਕੇ, ਤੀਰ ਲੈ ਕੇ, ਫਾਹੀਆਂ ਲੈ ਕੇ, ਤੇ ਕਿੰਨੀ ਕਾਸ ਕਰ ਸਕਦੇ ਉਹਦੇ ਬਚਨ ਦੀ? ਬਹੁਤ ਘੱਟ ਆਸ ਹੈ ਨਾ। ਤਾਂ ਇਸੇ ਤਰ੍ਹਾਂ ਜਿੰਦ ਸਾਡੀ ਕੱਲੀ ਹੈ ਤੇ ਫਾਹੀਵਾਲ 50 ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਵੈਰ ਵਿਰੋਧ, ਜਾਤੀਵਾਦ, ਮੇਰ ਤੇਰ, ਦਾਜ ਦਹੇਜ, ਲੜਾਈ ਦੰਗੇ, ਫਸਾਦ। ਕਿੰਨੇ ਵਿਕਾਰ ਨੇ ਜਿਹੜੇ ਸਾਡੀ ਜਿੰਦ ਨੂੰ ਫਸਾ ਰਹੇ ਨੇ। ਕਿਤੇ ਵੀ ਇਹ ਫਸ ਸਕਦੀ ਹੈ, ਕਿਤੇ ਵੀ ਸਾਡੀ ਸੋਚ ਕਿਤੇ ਕਾਮ ਦੇ ਢਹਿ ਚੜ ਜਾਂਦੀ ਹੈ, ਕਿਤੇ ਕ੍ਰੋਧ ਦੇ ਢਹਿ ਚੜ ਜਾਂਦੀ ਹੈ। ਗੁਰਦੇਵ ਨੇ ਪਾਵਨ ਬਾਣੀ ਵਿੱਚ ਹੋਰ ਥਾਵੇਂ ਬਚਨ ਕੀਤਾ ਹੈ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰ ਹੈ ਲੂਟ ਹੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਅਵਰ ਪੰਚ ਦਾ ਮਤਲਬ ਹੋਰ ਪੰਜ ਨੇ, ਕਾਮ ਆਦਿਕ ਬੜੇ ਬਲਵਾਨ ਨੇ, ਮੈਂ ਇਕੱਲਾ ਵਾਂ। ਇਹਨਾਂ ਤੋਂ ਮੈਂ ਆਪਣੇ ਘਰ ਬਾਰ ਨੂੰ ਕਿਵੇਂ ਬਚਾਵਾਂ, ਆਤਮਿਕ ਜੀਵਨ ਨੂੰ ਕਿਵੇਂ ਸੁਰੱਖਿਅਤ ਕਰਾਂ, ਕਿਉਂਕਿ ਇਹਨੇ ਬਲਵਾਨ ਨੇ ਔਰ ਇਹ ਪੰਜ ਜਣੇ ਨੇ, ਮੈਂ ਇਕੱਲਾ ਵਾਂ। ਇਹਨਾਂ ਤੋਂ ਮੈਂ ਆਪਣੇ ਆਤਮਿਕ ਜੀਵਨ ਨੂੰ ਕਿਵੇਂ ਬਚਾਵਾਂ, ਬੜਾ ਮੁਸ਼ਕਲ ਹੋਇਆ ਪਿਆ ਹੈ। ਭਗਤ ਰਵਿਦਾਸ ਜੀ ਨੇ ਵੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਇਆ ਹੈ। ਉਹ ਕਹਿੰਦੇ ਨੇ, ਇਨ ਦੂਤਨ ਖਲ ਬੱਧ ਕਰ ਮਾਰਿਓ, ਬੜੋ ਨਿਲਾਜ ਅਜਹੂ ਨਹੀਂ ਹਾਰਿਓ। ਇਹਨਾਂ ਕਾਮ ਆਦਿਕ ਵਿਕਾਰਾਂ ਨੇ ਮੈਨੂੰ ਜੀਵਨ ਸਫਰ ਦੇ ਹਰ ਕਦਮ ਦੇ ਉੱਤੇ ਬੰਨ ਬੰਨ ਕੇ ਮਾਰਿਆ ਹੈ। ਮਾਰਨ ਦਾ ਮਤਲਬ ਬੇਪਤ ਕਰਾਇਆ ਹੈ, ਮੇਰੀ ਨਮੋਸ਼ੀ ਹੋਈ ਹੈ, ਮੈਂ ਦੁਖੀ ਹੋਇਆ ਹਾਂ। ਬੜੋ ਨਿਲਾਜ ਅਜਹੂ ਨਹੀਂ ਹਾਰਿਓ, ਤੇ ਮੈਂ ਇੰਨਾ ਬੇਸ਼ਰਮ ਹਾਂ, ਇੰਨਾ ਨਿਰਲੱਜ ਹਾਂ ਕਿ ਮੈਂ ਹਾਲੇ ਵੀ ਨਹੀਂ ਥੱਕਿਆ। ਮੈਂ ਇਹੀ ਸਮਝ ਰਿਹਾ ਹਾਂ ਕਿ ਸ਼ਾਇਦ ਇਹਨਾਂ ਵਿਕਾਰਾਂ ਦੇ ਵਿੱਚੋਂ ਹੀ ਮੈਨੂੰ ਖੁਸ਼ੀ ਮਿਲੇਗੀ। ਹਾਲੇ ਵੀ ਮੈਂ ਵਿਕਾਰ ਹੀ ਕਮਾਈ ਜਾ ਰਿਹਾ, ਹਾਲੇ ਮੈਂ ਇਹਨਾਂ ਦੀ ਮਾਰ ਹੀ ਖਾਈ ਜਾ ਰਿਹਾ। ਤਾਂ ਇਹ ਜ਼ਿੰਦਗੀ ਦਾ ਇੱਕ ਸਰੋਵਰ ਹੈ, ਇਹਦੇ ਤੇ ਜਿੰਦ ਸਾਡੀ ਕੱਲੀ ਹੈ। ਕਾਮ ਆਦਿਕ ਜਿਹੜੇ ਵਿਕਾਰ ਨੇ ਉਹ 50 ਜਣੇ ਨੇ ਫਾਹੀਆਂ ਲਾਉਣ ਵਾਲੇ। ਇਹ ਮਨ ਲਹਿਰੀ ਗੱਡ ਥੀਆ, ਗੱਡ ਥੀਆ ਦਾ ਮਤਲਬ ਗੱਡਿਆ ਗਿਆ, ਫਸ ਗਿਆ। ਲਹਿਰੀ ਦਾ ਮਤਲਬ ਲਹਿਰਾਂ ਵਿੱਚ। ਇਹ ਤਨ ਲਹਿਰੀ ਗੱਡ ਥੀਆ, ਮੇਰਾ ਇਹ ਸਰੀਰ ਸੰਸਾਰ ਰੂਪ ਤਲਾਬ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿੱਚ ਫਸ ਗਿਆ। ਤੇ ਜਦੋਂ ਕੋਈ ਕਿਸ਼ਤੀ ਲਹਿਰਾਂ ਵਿੱਚ ਫਸ ਜਾਏ ਨਾ, ਉਹਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ। ਇੰਪੋਸੀਬਲ ਤਾਂ ਨਹੀਂ ਹੁੰਦਾ। ਜੇ ਕੋਈ ਸਿਆਣਾ ਮਤਲਬ ਸੰਚਾਲਕ ਹੋਵੇ ਤੇ ਬਚਾ ਸਕਦਾ ਹੈ, 1% ਆਸ ਹੁੰਦੀ ਹੈ। ਲਹਿਰਾਂ ਦੇ ਵਿੱਚ ਫਸੇ ਹੋਏ ਨੂੰ ਬਚਾਉਣਾ ਔਖਾ ਹੈ। ਵੇਖਿਆ ਸੀ ਨਾ, ਹਰੀ ਕੇ ਪੱਤਨ ਕਿਸੇ ਬਾਬੇ ਦੇ ਫੁੱਲ ਉਤਾਰਨ ਗਏ ਸਨ ਬਾਬੇ, ਤੇ ਉਹਦੇ ਵਿੱਚ 10-12 ਬੰਦੇ ਬਿਠਾ ਲਏ ਸਨ।
ਤੇ ਉਹ ਕਿਸ਼ਤੀ ਜੋ ਵਾਇਰਲ ਹੋਈ ਸੀ ਨਾ ਵੀਡੀਓ, ਕਿਸ਼ਤੀ ਲਹਿਰ ਦੇ ਵਿੱਚ ਫਸ ਕੇ ਘੁੰਮ ਕੇ ਤੋਂ ਲਹਿਰ ਦੇ ਅੰਦਰ ਚਲੀ ਗਈ, ਨਾਲ ਦੇ ਨਾਲ 12-13 ਹੋਰ ਵੀ ਨਾਲ ਹੀ ਚਲੇ ਗਏ। ਯਾਨੀ ਲਹਿਰਾਂ ਦੇ ਵਿੱਚ ਜਦੋਂ ਕਿਸ਼ਤੀ ਫਸ ਜਾਂਦੀ ਹੈ ਨਾ, ਤਾਂ ਫਿਰ ਬਹੁਤ ਮੁਸ਼ਕਲ ਹੈ ਬਚਣਾ। ਮੇਰਾ ਇਹ ਸਰੀਰ ਇਹਨਾਂ ਲਹਿਰਾਂ ਦੇ ਵਿੱਚ ਫਸ ਗਿਆ ਹੈ, ਕਾਮ ਵਿੱਚ ਕਿਤੇ ਫਸਿਆ ਹੈ, ਕਿਤੇ ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ। ਇਹ ਚੀਜ਼ ਨੂੰ ਤੇ ਅਸੀਂ ਸਮਝ ਸਕਦੇ ਹਾਂ। ਨਿੱਕੀ ਜੀ ਸਾਨੂੰ ਗੱਲ ਕੋਈ ਕਹਿ ਤੇ ਨਾਲ ਦੇ ਨਾਲ ਅੱਖਾਂ ਸਾਡੀਆਂ ਲਾਲ ਪੀਲੀਆਂ ਹੋ ਜਾਂਦੀਆਂ ਨੇ, ਮੱਥੇ ਤੇ ਵੱਟ ਪੈ ਜਾਂਦੇ ਨੇ, ਟੋਨ ਸਾਡੀ ਉੱਚੀ ਹੋ ਜਾਂਦੀ ਹੈ, ਇੱਕ ਪਲ ਦੇ ਵਿੱਚ ਕੁਝ ਹੋਰ ਦਾ ਹੋਰ ਬਣ ਜਾਂਦਾ ਹੈ। ਈਗੋ ਜਦੋਂ ਸਾਡੇ ਸਿਰ ਚੜ੍ਹਦੀ ਹੈ ਤੇ ਅਸੀਂ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਹਾਂ, ਦੂਜਿਆਂ ਦੀਆਂ ਭਾਵਨਾਵਾਂ ਦੀ ਫਿਰ ਬੰਦਾ ਕਦਰ ਨਹੀਂ ਕਰਦਾ। ਜਦੋਂ ਲੋਭ ਲਹਿਰ ਦੇ ਅੰਦਰ ਇਹਦਾ ਮਨ ਫਸਿਆ ਹੁੰਦਾ ਹੈ, ਤਾਂ ਉਦੋਂ ਇਹ ਬੰਦਾ ਆਪਣੇ ਬੇਗਾਨੇ ਦੀ ਪਰਵਾਹ ਕਰਨ ਤੋਂ ਬਿਨਾਂ ਬੇਗਾਨੇ ਹੱਕ ਖਾਈ ਜਾਂਦਾ ਹੈ, 2 ਨੰਬਰ ਦੇ ਧੰਦੇ ਕਰੀ ਜਾਂਦਾ ਹੈ, ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦਾ ਹੈ। ਤਾਂ ਇਹ ਤਾਂ ਲਹਿਰੀ ਗੱਡ ਥੀ ਆ। ਮੇਰਾ ਜਿਹੜਾ ਤਨ ਹੈ ਇਹਨਾਂ ਲਹਿਰਾਂ ਦੇ ਵਿੱਚ ਫਸ ਗਿਆ ਹੈ। ਸੱਚੇ ਤੇਰੀ ਆਸ, हे ਮਾਲਕ ਹੁਣ ਤੇਰੀ ਹੀ ਆਸ ਹੈ, ਤੂੰ ਹੀ ਬਚਾ ਸਕਦਾ। ਤਾਂ ਇੱਥੇ ਸਾਨੂੰ ਪੋਸਿਬਿਲਿਟੀ ਦਰਸਾਈ ਜਾ ਰਹੀ ਹੈ ਕਿ ਹਾਲੇ ਆਸ ਹੈ, ਕਿਰਨ ਹੈ। ਇੱਕ ਤੇ ਸਰਵਰ ਪੰਖੀ ਹੇਕੜੋ ਫਾਹੀਵਾਲ, 50 ਤੇ 50 ਫਾਹੀਵਾਲ ਨੇ। ਜਾਂ ਤਨ ਲਹਿਰਾਂ ਦੇ ਵਿੱਚ ਗੱਡਿਆ ਗਿਆ ਹੈ, ਤਾਂ ਇਥੋਂ ਨਾ ਤੇ ਵਰਤ ਬਚਾ ਸਕਣਗੇ, ਨਾ ਨਰਾਤੇ, ਨਾ ਜਪ ਤਪ ਸੰਜਮ, ਨਾ ਵਿਖਾਵੇ ਦੀ ਪਾਠ ਪੂਜਾ, ਨਾ ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚਿਆ ਜਾਣਾ ਹੈ। ਨਾ ਜੰਗਲਾਂ ਵਿੱਚ ਜਾਣ ਨਾਲ, ਨਾ ਪੁੱਠੇ ਲਟਕਣ ਨਾਲ, ਨਾ ਤਪ ਕਰਨ ਨਾਲ, ਨਾ ਤੀਰਥਾਂ ਤੇ ਨਹਾਉਣ ਦੇ ਨਾਲ। ਇਹਨਾਂ ਦੀ ਤੇ ਆਸ ਹੈ ਨਹੀਂ। ਜੇ ਤਾਂ ਇਹਨਾਂ ਕਰਮਾਂ ਵਿੱਚ ਕੋਈ ਤਾਕਤ ਹੁੰਦੀ ਤਾਂ ਫਿਰ ਤਾਂ ਤਨ ਨੇ ਫਸਣਾ ਹੀ ਨਹੀਂ ਸੀ, ਕਿਉਂਕਿ ਇਹ ਕੰਮ ਤੇ ਸਾਰੇ ਕਰ ਹੀ ਰਹੇ ਨੇ ਨਾ। ਧਾਰਮਿਕ ਪਹਿਨਾਵਾ ਵੀ ਪਹਿਨਿਆ ਹੈ, ਧਰਮ ਦੀਆਂ ਗੱਲਾਂ ਵੀ ਲੋਕ ਕਰ ਰਹੇ ਨੇ, ਤੀਰਥਾਂ ਤੇ ਵੀ ਨਹਾ ਰਹੇ ਨੇ, ਪੁੰਨ ਦਾਨ ਵੀ ਕਰ ਰਹੇ ਨੇ। ਇਹਨਾਂ ਨਾਲ ਤੇ ਬੰਦਾ ਬਚਿਆ ਨਹੀਂ। ਤੇ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਸੱਚੇ ਪ੍ਰਭੂ, ਤੇਰੀ ਹੀ ਇੱਕ ਆਸ ਹੈ ਕਿ ਤੇਰੀ ਰਜ਼ਾ ਵਿੱਚ ਤੁਰਿਆ ਜਾਏ, ਸੱਚ ਦੇ ਨਾਲ ਜੁੜਿਆ ਜਾਏ, ਤਾਂ ਬੰਦਾ ਇਹਨਾਂ ਵਿਕਾਰਾਂ ਤੋਂ ਬਚ ਸਕਦਾ ਹੈ। ਤਾਂ ਇਹਨਾਂ ਲੁਟੇਰਿਆਂ ਤੋਂ, ਫਾਹੀਵਾਲ ਤੋਂ, ਸ਼ਿਕਾਰੀਆਂ ਤੋਂ, ਕਾਮਾਦਿਕ ਤੋਂ ਬੰਦਾ ਬਚ ਸਕਦਾ ਹੈ। ਫਿਰ ਇਹ ਜਿਹੜੀਆਂ ਲਹਿਰਾਂ ਦੇ ਵਿੱਚ ਤਨ ਫਸਿਆ ਹੋਇਆ ਨਾ ਵਿਕਾਰਾਂ ਦੀਆਂ, ਬੰਦਾ ਇਹਨਾਂ ਚੋਂ ਬਾਹਰ ਆ ਸਕਦਾ ਹੈ। ਇਹ ਹਕੀਕਤ ਹੈ। ਦੇਖੋ, ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੀ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਨ ਤੈਂ ਪੀ ਉਤਰੇ ਪਾਰਾ। ਕਹਾਣੀ ਹੈ ਨਾ ਅਜਾਮਲ ਦੀ। ਤਾਂ ਅਜਾਮਲ ਵਰਗਾ ਤਰ ਗਿਆ, ਵੈਸ਼ਿਆਵਾਂ ਤਰ ਗਈਆਂ, ਚੋਰ ਜਿਹੜੇ ਨੇ ਉਹ ਚੰਗੇ ਬੰਦੇ ਬਣ ਗਏ, ਕਾਤਲ ਜਿਹੜੇ ਨੇ ਉਹ ਸਹੀ ਇਨਸਾਨੀਅਤ ਵਾਲੇ ਇਨਸਾਨ ਹੋ ਗਏ, ਝੂਠੇ ਔਰ ਫਰੇਬੀ ਬਹੁਤ ਚੰਗੇ ਚੰਗੇ ਇਨਸਾਨ ਹੋ ਗਏ ਜਦੋਂ ਉਹ ਸੱਚ ਦੇ ਨਾਲ ਜੁੜ ਗਏ। ਤਾਂ ਸੱਚ ਦੀ ਆਸ ਹੈ ਸਿਰਫ, ਜੇ ਸੱਚ ਦੇ ਨਾਲ ਜੁੜਿਆ ਜਾਏ, ਜੇ ਰੱਬੀ ਰਜ਼ਾ ਦੇ ਨਾਲ ਜੁੜਿਆ ਜਾਏ, ਤਾਂ ਆਸ ਹੈ ਕਿ ਅਸੀਂ ਇਹਨਾਂ ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ, ਮਾਨਸਿਕ ਸੰਤਾਪ ਤੋਂ, ਦੁੱਖਾਂ ਤੋਂ, ਚਿੰਤਾਵਾਂ ਤੋਂ, ਡਰਾਂ ਤੋਂ, ਵਹਿਮਾਂ ਤੋਂ, ਸਹਿਮਾਂ ਤੋਂ ਬਚ ਸਕਦੇ ਹਾਂ। ਹੋਰ ਕੋਈ ਆਸ ਨਹੀਂ ਹੈ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਡਾ ਸਮਾਜ, ਸਾਡਾ ਸੰਸਾਰ, ਸਾਡਾ ਘਰ ਪਰਿਵਾਰ, ਸਾਡੀ ਆਪਣੀ ਜ਼ਿੰਦਗੀ ਇਹਨਾਂ ਦੁੱਖਾਂ, ਵਿਕਾਰਾਂ, ਪਾਪਾਂ ਤੋਂ ਮੁਕਤ ਹੋਵੇ, ਇਹਨਾਂ ਵਿੱਚ ਨਾ ਫਸੇ, ਤਾਂ ਉਹਦੇ ਵਾਸਤੇ ਇੱਕੋ ਹੀ ਗੱਲ ਹੈ, ਸੱਚ ਸਭਨਾ ਹੋਈ ਦਾਰੂ ਪਾਪ ਕੱਢੇ ਤੋਏ। ਉਹਦੇ ਵਾਸਤੇ ਇੱਕ ਹੀ ਸਾਧਨ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹਦੇ ਵਾਸਤੇ ਇੱਕੋ ਹੀ ਸਾਧਨ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਇਹੀ ਇੱਕ ਆਸ ਹੈ। ਤਾਂ ਇੱਥੇ ਸਾਨੂੰ ਦੱਸਿਆ ਜਾ ਰਿਹਾ ਹੈ, ਸਮਝਾਇਆ ਜਾ ਰਿਹਾ ਹੈ ਕਿ ਕੋਈ ਵੀ ਕਰਮਕਾਂਡ, ਵਿਖਾਵੇ ਦੀ ਜ਼ਿੰਦਗੀ, ਭਾਵੇਂ ਕਾਲੇ ਮਹਿੰਦੇ ਕੱਪੜੇ, ਕਾਲਾ ਮਹਿੰਦਾ ਵੇਸ਼, ਜਾਂ ਚੋਪੜੀ ਪ੍ਰੀਤ, ਚੋਪੜੀਆਂ ਗੱਲਾਂ, ਵਿਖਾਵਾ, ਇਹਨਾਂ ਵਿਕਾਰਾਂ ਤੋਂ ਨਹੀਂ ਬਚਾ ਸਕਦਾ। ਕਰਮਕਾਂਡ ਸਾਨੂੰ ਇਹਨਾਂ ਵਿਕਾਰਾਂ ਤੋਂ ਨਹੀਂ ਬਚਾ ਸਕਦੇ। ਜੇ ਬਚਾ ਸਕਦਾ ਹੈ ਤਾਂ ਕੇਵਲ ਸੱਚ ਬਚਾ ਸਕਦਾ ਹੈ। ਜੇ ਮਨ, ਬਚਨ ਔਰ ਕਰਮ ਕਰਕੇ ਅਸੀਂ ਸੱਚ ਦੇ ਨਾਲ ਜੁੜ ਜਾਈਏ, ਰੱਬੀ ਰਜ਼ਾ ਦੇ ਨਾਲ ਜੁੜ ਜਾਈਏ, ਰੱਬੀ ਗੁਣਾਂ ਦੇ ਨਾਲ ਜੁੜ ਜਾਈਏ। ਅਗਲਾ ਬਚਨ ਕਰਦੇ ਨੇ, ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ,
ਕਵਨ ਸੋ ਵੇਸ਼ੋ ਹੋਂ ਕਰੀ ਜਿਤ ਵਸ ਆਵੇ ਕੰਤ। ਇੱਕ ਸਵਾਲ ਕੀਤਾ ਹੈ। ਕੋਈ ਬੀਬੀ ਹੈ ਜਿਸ ਦੀ ਸ਼ਾਦੀ ਹੈ, ਉਹ ਡੋਲੀ ਵਿੱਚ ਹੈ, ਕਹਾਰਾਂ ਨੇ ਡੋਲੀ ਚੁੱਕੀ ਹੈ, इस बीबी ने हार श्रृंगार लगाया है, कीमती वस्त्र पहने ने, लेकिन ये बीबी रो रही है। बीबियां अजकल तो चलो नहीं रोंदियां, अजकल तो जे कुड़ी तो पूछिए भी कुड़िए तू रोंदी नहीं, कहती मेरा मेकअप खराब होएगा, 45,000 रुपया मैं मेकअप ते ला के आई, रो के मेकअप थोड़ी खराब कर। रोंदियां सन कुड़ियां। रोन का कारण अफसोस नहीं सी, रोन का कारण एक तो विछोड़ा मापियां दा, ते दूजा रोण का कारण है। बाबा फरीद जी ने पूछा, बीबा तू तेरे कोल कीमती वस्त्र ने, चंगे तू वस्त्र पाए ने, डोली विच तू बैठी है, ते रो क्यों रही? कहंदी बाबा मेरा अज विआह है, मैं अपने सहुरे परिवार जा रही हूं, पति दे घर तां रो रही। ते बाबा फरीद जी कहन लगे, बच्ची मैं ते अपने पति प्रभु नूं लभदा फिरदा हां, ते तू किन्नी भागां वाली है कि तू अपने घर जा रही है, पति दे कोल तैनूं खुश होना चाहिए। कहन लगी बाबा गल ये नहीं है, मैनूं भी पता, गल ये है कि मैं नवें थां ते जा रही हूं, सस सहुरा दराणियां जठाणियां दिओर जेठ, वो अगले परिवार के रिश्तेदार, मेरा पति, सारा कुछ। हुण मैं नवीं हां, मैनूं नहीं पता उन्हां दा सुभाव कैसा है, मैनूं नहीं पता उन्हां नूं खाना पीना कैसा पसंद है, उन्हां नूं पहनावा किहड़ा पसंद होएगा। ਤਾਂ ਪ੍ਰੋਬਲਮ ਇਹ ਹੈ ਕਿ ਮੈਂ ਉੱਥੇ ਬਣਾ ਕੇ ਰੱਖ ਪਾਵਾਂਗੀ ਨਹੀਂ, ਮੇਰੀ ਐਡਜਸਟਮੈਂਟ ਕਿਵੇਂ ਹੋਏਗੀ, ਮੈਨੂੰ ਨਹੀਂ ਪਤਾ। ਪ੍ਰੋਬਲਮ ਇਹ ਹੈ। ਤਾਂ ਬਾਬਾ ਫਰੀਦ ਜੀ ਇੱਥੇ ਇੱਕ ਸਵਾਲ ਪੁੱਛ ਰਹੇ ਨੇ, ਕਵਨ ਸੋ ਅੱਖਰ, ਕਿ ਉਹ ਕਿਹੜਾ ਅੱਖਰ ਹੈ, ਕਿਹੜੇ ਅਕਸ਼ਰ। ਕਵਨ ਗੁਣ, ਉਹ ਕਿਹੜਾ ਗੁਣ ਹੈ। ਕਵਨ ਸੋ ਮਣੀਆਂ, ਮਣੀਆਂ ਦਾ ਮਤਲਬ ਸ਼੍ਰੋਮਣੀ, ਉਹ ਕਿਹੜਾ ਸ਼੍ਰੋਮਣੀ ਮੰਤਰ ਹੈ। ਆਮ ਲੋਕ ਮੰਤਰ ਪੜ੍ਹਦੇ ਨੇ ਨਾ ਕਿ ਪਤੀ ਵਸ ਵਿੱਚ ਆ ਜਾਏਗਾ, ਇਹ ਮੰਤਰ ਪੜੋ। ਜਿੰਨੇ ਇਸ਼ਤਿਹਾਰ ਛਾਪਦੇ ਨੇ ਕਿ ਤੁਹਾਡਾ ਪ੍ਰੇਮੀ 10 ਦਿਨ ਦੇ ਵਿੱਚ ਤੁਹਾਡੇ ਪੈਰਾਂ ਵਿੱਚ, ਤੁਹਾਡੀ ਪ੍ਰੇਮਿਕਾ 10 ਦਿਨ ਦੇ ਵਿੱਚ ਤੁਹਾਡੇ ਪੈਰਾਂ ਵਿੱਚ, ਪਤੀ ਵਸ ਵਿੱਚ ਨਹੀਂ, ਬਸ ਆ ਮੰਤਰ ਪੜਨ ਦੀ ਦੇਰ ਹੈ, ਪਤੀ ਤੁਹਾਡੇ ਅੱਗੇ ਪਿੱਛੇ। ਇਹ ਸਭ ਬਕਵਾਸ ਹੈ, ਐਸਾ ਕੋਈ ਮੰਤਰ ਨਹੀਂ ਹੈ। ਤਾਂ ਹੁਣ ਪੁੱਛਿਆ ਜਾ ਰਿਹਾ ਕਿ ਉਹ ਮੰਤਰ ਕਿਹੜਾ ਹੈ, ਕਿਹੜਾ ਅੱਖਰ, ਕਿਹੜਾ ਗੁਣ, ਔਰ ਕਿਹੜਾ ਉਹ ਸ਼੍ਰੋਮਣੀ ਮੰਤਰ ਹੈ। ਕਵਨ ਸੋ ਵੇਸ਼ੋ ਹੋਂ ਕਰੀ, ਵੇਸ਼ੋ ਦਾ ਮਤਲਬ ਵੇਸ਼, ਪਹਿਨਾਵਾ। ਕਿਹੜਾ ਮੈਂ ਵੇਸ਼ ਕਰਾਂ, ਜਿਤ ਵਸ ਆਵੇ ਕੰਤ, ਜਿਸ ਕਰਕੇ ਮੇਰਾ ਪਤੀ ਮੇਰੇ ਵਸ ਵਿੱਚ ਆ ਜਾਏ, ਯਾਨੀ ਮੇਰੇ ਹਿਰਦੇ ਵਿੱਚ ਵਸ ਜਾਏ ਮੇਰਾ ਰੱਬ। ਰੱਬ ਵਸ ਵਿੱਚ ਆਉਣ ਦਾ ਮਤਲਬ ਇਹ ਨਹੀਂ ਕਿ ਰੱਬ ਦੇ ਕੰਨ ਮਰੋੜ ਕੇ ਜਿਹੜੇ ਮਰਜ਼ੀ ਮੈਂ ਕੰਮ ਕਰਾਈ ਜਾਵਾਂ, ਵੀ ਹੁਣ ਤੂੰ ਜਾ ਬਾਜ਼ਾਰੋਂ ਕੱਦੂ ਖਰੀਦ ਲਿਆ ਤੇ ਗੰਢੇ ਹੁਣ ਤੂੰ ਚੀਰ ਦੇ, ਤੜਕਾ ਲਾ ਦੇ, ਇਹ ਨਹੀਂ। ਵਸ ਆਵੇ ਦਾ ਮਤਲਬ ਮੇਰੇ ਹਿਰਦੇ ਵਿੱਚ ਆਣ ਕੇ ਵਸ ਜਾਏ, ਉਹਦੇ ਗੁਣ ਮੇਰੇ ਹਿਰਦੇ ਵਿੱਚ ਵਸ ਜਾਣ। ਉਹ ਕਿਹੜਾ ਵੇਸ਼ ਹੈ, ਫਿਰ ਸੁਣ ਲਓ। ਅੱਖਰ ਕਿਹੜਾ ਹੈ, ਕਿਹੜੇ ਮੈਂ ਸ਼ਬਦ ਬੋਲਣੇ ਨੇ, ਗੁਣ ਕਿਹੜੇ ਨੇ, ਸ਼੍ਰੋਮਣੀ ਮੰਤਰ ਕਿਹੜਾ ਹੈ, ਔਰ ਵੇਸ਼ ਕਿਹੜਾ ਹੈ, ਜਿਨ੍ਹਾਂ ਦੇ ਧਾਰਨ ਕੀਤਿਆਂ ਪ੍ਰਭੂ ਮੇਰੇ ਹਿਰਦੇ ਵਿੱਚ ਵਸ ਜਾਏ ਔਰ ਮੈਂ ਰੱਬ ਦਾ ਰੂਪ ਹੋ ਜਾਵਾਂ। ਹੁਣ ਅੱਗੇ ਇਸ ਦਾ ਉੱਤਰ ਦੇ ਰਹੇ ਨੇ ਬਾਬਾ ਫਰੀਦ। ਨਿਮਨ ਸੋ ਅੱਖਰ, ਜਿਹੜਾ ਅੱਖਰ ਹੈ ਨਾ ਉਹ ਨਿਮਰਤਾ ਦਾ ਹੈ, ਕਿ ਤੇਰੀ ਜ਼ਿੰਦਗੀ ਵਿੱਚ ਨਿਮਰਤਾ ਹੋਣੀ ਚਾਹੀਦੀ। ਦੇਖੋ ਆਪਾਂ ਇਹ ਚੀਜ਼ਾਂ ਦਾ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਜੋ ਈਗੋ ਹੈ, ਚਾਹੇ ਤਾਂ ਉਹ ਇਨਫੀਰੀਓਰਿਟੀ ਕੰਪਲੈਕਸ ਹੈ ਜਾਂ ਸੁਪਰੀਓਰਿਟੀ ਕੰਪਲੈਕਸ ਹੈ, ਇਹ ਦੋਵੇਂ ਹੀ ਦੁਖੀ ਕਰਦੇ ਨੇ। ਇਨਫੀਰੀਓਰਿਟੀ ਕੰਪਲੈਕਸ ਦੇ ਅੰਦਰ ਸਾਡੇ ਵਿੱਚ ਹੀਨ ਭਾਵਨਾ ਆ ਜਾਂਦੀ ਕਿ ਮੈਂ ਤੇ ਕੁਝ ਵੀ ਨਹੀਂ, ਉਹਨੂੰ ਨਿਰਾਸ਼ਾ ਹੀ ਦਿਸਦੀ ਹੈ ਚਾਰ ਚੁਫੇਰੇ। ਤੇ ਨਿਰਾਸ਼ਾਵਾਦੀ ਜਿਹੜਾ ਇਨਸਾਨ ਹੈ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ, ਉਹ ਕਦੇ ਕਾਮਯਾਬ ਨਹੀਂ ਹੁੰਦਾ, ਉਹਦੀ ਜ਼ਿੰਦਗੀ ਵਿੱਚ ਕਦੇ ਖੁਸ਼ੀਆਂ ਨਹੀਂ ਆਉਂਦੀਆਂ, ਕਿਉਂਕਿ ਉਹਨੂੰ ਚਾਰ ਚੁਫੇਰੇ ਦਿਸਦੀ ਹੀ ਨਿਰਾਸ਼ਾ ਹੈ। ਜੇ ਕਿਤੇ ਬੱਦਲ ਬਣ ਜਾਣ ਤਾਂ ਜਿੱਥੇ ਦੂਜੇ ਲੋਕ ਖੁਸ਼ ਹੁੰਦੇ ਨੇ, ਉੱਥੇ ਨਿਰਾਸ਼ਾਵਾਦੀ ਬੱਦਲਾਂ ਨੂੰ ਵੇਖ ਕੇ ਸੋਚਦਾ ਲੈ ਬਸ ਬਣ ਗਏ ਬੱਦਲ, ਹੁਣ ਮੀਂਹ ਪੈਣਾ ਸ਼ੁਰੂ ਹੋ ਜਾਣਾ, ਹੜ੍ਹ ਆ ਜਾਣੇ ਨੇ, ਪਿੰਡਾਂ ਦੇ ਪਿੰਡ ਰੁੜ ਜਾਣੇ ਨੇ, ਗੜੇ ਪੈਣਗੇ, ਫਸਲਾਂ ਬਰਬਾਦ ਹੋ ਜਾਣੀਆਂ ਨੇ, ਬਸ ਖਤਮ ਸਭ। ਉਹਨੂੰ ਬਰਬਾਦੀ ਦਿਸ ਰਹੀ ਹੈ ਬੱਦਲਾਂ ਵਿੱਚ। ਜੇ ਸਰਦੀ ਸ਼ੁਰੂ ਹੁੰਦੀ ਹੈ, ਜਿੱਥੇ ਲੋਕ ਖੁਸ਼ ਹੁੰਦੇ ਨੇ, ਪਿਲਸੀ ਦੀਆਂ ਪਿੰਨੀਆਂ ਬਣਾ ਕੇ ਖਾਵਾਂਗੇ, ਪੈਂਟ ਕੋਟ ਪਾਵਾਂਗੇ, ਕਿਤੇ ਗਰਮ ਗੁਲਾਬ ਜਾਮੁਨ ਖਾਵਾਂਗੇ, ਖੁਸ਼ ਹੋ ਰਹੇ ਨੇ,
ਤੇ ਜਿਹੜਾ ਨਿਰਾਸ਼ਾਵਾਦੀ ਹੈ ਉਹ ਸਰਦੀ ਦਾ ਮੌਸਮ ਸੁਣ ਕੇ ਹੀ ਭੈਭੀਤ ਹੋ ਜਾਂਦਾ ਹੈ ਕਿ ਹੁਣ ਸਰਦੀ ਸ਼ੁਰੂ ਹੋ ਜਾਣੀ ਹੈ, ਬਸ ਲੋਕਾਂ ਨੂੰ ਜ਼ੁਕਾਮ ਲੱਗ ਜਾਣਾ ਹੈ, ਬੁਖਾਰ ਹੋ ਜਾਣਾ ਹੈ, ਟੀਬੀ ਹੋ ਜਾਣੀ ਹੈ, ਸਲਿਪਰੀ ਹੋ ਜਾਣੀ ਹੈ, ਸਲੋ, ਬਸ ਬੁੱਢੇ ਤੇ ਗਏ, ਹੁਣ ਬੁੱਢੇ ਤੇ ਨਹੀਂ ਬਚਦੇ, ਇਹ ਤੇ ਗਏ, ਬੱਚੇ ਬਿਮਾਰ ਹੋਣਗੇ, ਹੁਣ ਤਾਂ ਬਸ ਤਬਾਹੀ ਹੈ। ਉਹਨੂੰ ਸਰਦੀ ਵਿੱਚ ਵੀ ਤਬਾਹੀ ਦਿਸਦੀ। ਤੇ ਜਦੋਂ ਗਰਮੀ ਆਉਂਦੀ ਹੈ, ਜਿੱਥੇ ਗਰਮੀ ਦੇ ਵਿੱਚ ਲੋਕ ਖੁਸ਼ ਹੁੰਦੇ ਨੇ, ਕਿਸੇ ਹਿਲ ਸਟੇਸ਼ਨ ਤੇ ਜਾਵਾਂਗੇ, ਅਸੀਂ ਕਿਤੇ ਸਨਬਾਥ ਕਰਾਂਗੇ, ਕੋਈ ਸਕੰਜਵੀ ਨਿੰਬੂ ਪੀਵਾਂਗੇ ਜਾਂ ਬਾਹਰ ਜਾਵਾਂਗੇ ਘੁੰਮਣ ਲਈ, ਤੇ ਉੱਥੇ ਨਿਰਾਸ਼ਾਵਾਦੀ ਨੂੰ ਦਿਸਦਾ ਹੈ ਕਿ ਹੁਣ ਗਰਮੀ ਪੈਣੀ ਸ਼ੁਰੂ ਹੋ ਜਾਣੀ ਹੈ, ਬਸ ਸੂਰਜ ਨਿਕਲ ਗਿਆ, ਧੁੱਪ ਸਾੜੇਗੀ, ਪਿੱਤ ਨਿਕਲ ਆਉਣੀ ਹੈ, ਸਕਿਨ ਕੈਂਸਰ ਹੋ ਜਾਣੀ ਹੈ, ਲੂਆਂ ਵਗਣਗੀਆਂ, ਬਸ ਸਭ ਕੁਝ ਤਬਾਹ ਹੋ ਜਾਣਾ ਹੈ। ਤਾਂ ਐਸਾ ਬੰਦਾ ਨਿਰਾਸ਼ਾਵਾਦੀ ਕਦੇ ਖੁਸ਼ੀ ਨਹੀਂ ਮਾਣ ਸਕਦਾ। ਤੇ ਜਿਸ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੈ, ਜੋ ਹੰਕਾਰ ਦਾ ਸ਼ਿਕਾਰ ਹੈ, ਉਹਨੂੰ ਹੰਕਾਰ ਦਾ ਕੰਡਾ ਚੁਭਦਾ ਰਹਿੰਦਾ, ਉਹ ਵੀ ਕਦੇ ਖੁਸ਼ੀ ਨਹੀਂ ਮਾਣ ਸਕਦਾ, ਉਹਦੀ ਵੀ ਕਿਸੇ ਨਾਲ ਬਣ ਨਹੀਂ ਹੁੰਦੀ। ਇਸ ਲਈ ਨਿਮਨ ਸੋ ਅੱਖਰ, ਜਿਹੜਾ ਅੱਖਰ ਹੈ ਉਹ ਨਿਮਰਤਾ ਦਾ ਹੋਵੇ, ਜ਼ਿੰਦਗੀ ਵਿੱਚ ਨਿਮਰਤਾ ਚਾਹੀਦੀ ਹੈ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ, ਜਿੰਨੇ ਵੀ ਗੁਣ ਨੇ, ਜਿੰਨੀਆਂ ਵੀ ਚੰਗਿਆਈਆਂ ਨੇ, ਉਹ ਨਿਮਰਤਾ ਵਿੱਚ ਨੇ। ਮੰਨ ਲਓ ਹੁਣ ਮੈਂ ਹਾਂ, ਮੈਨੂੰ ਕੰਪਿਊਟਰ ਚਲਾਉਣਾ ਨਹੀਂ ਆਉਂਦਾ, ਤੇ ਕੋਈ ਬੱਚਾ ਹੈ 10-12 ਸਾਲ ਦਾ, ਹੁਣ ਬੱਚੇ ਮਾਸਟਰ ਨੇ ਨਾ, ਤੇ ਉਹ ਕਵੇ ਵੀ ਅੰਕਲ ਜਾਂ ਬਾਪੂ ਜੀ ਮੈਂ ਤੁਹਾਨੂੰ ਕੰਪਿਊਟਰ ਚਲਾਉਣਾ ਸਿਖਾ ਦਿੰਦਾ, ਬੇਸਿਕ ਟ੍ਰੇਨਿੰਗ, ਤੇ ਮੈਂ ਕਹਾਂ ਵੀ ਇਹ 10 ਸਾਲ ਦਾ ਬੱਚਾ ਤੇ ਮੈਂ 62 ਸਾਲ ਦਾ, ਮੈਂ ਤੋਂ ਕਿਉਂ ਸਿੱਖਾਂ, ਮੇਰੀ ਉਮਰ, ਹੰਕਾਰ, ਤਾਂ ਮੇਰਾ ਇਹ ਹੰਕਾਰ ਮੈਨੂੰ ਨਹੀਂ ਸਿੱਖਣ ਦੇਵੇਗਾ। ਤੇ ਜੇ ਮੈਂ ਨਿਮਰਤਾ ਇੱਕ ਸਟੂਡੈਂਟ ਦੀ ਤਰ੍ਹਾਂ ਉਹਨੂੰ ਆਪਣਾ ਟੀਚਰ ਮੰਨ ਲਵਾਂ ਤੇ ਮੈਂ ਸਿੱਖ ਸਕਦਾ ਵਾਂ। ਇਸ ਲਈ ਨਿਮਰਤਾ ਬਹੁਤ ਜ਼ਰੂਰੀ ਹੈ, ਰਿਸ਼ਤਿਆਂ ਨੂੰ ਨਿਭਾਉਣਾ ਹੈ, ਨਿਮਰਤਾ ਚਾਹੀਦੀ ਹੈ। ਇੱਕ ਬੰਦੇ ਦੇ ਨਿਮਨ ਦੇ ਨਾਲ ਜੇ ਕੁਝ ਰਿਸ਼ਤੇ ਬਣਦੇ ਨੇ ਤਾਂ ਸਾਨੂੰ ਉਹ ਬਣਾਉਣੇ ਚਾਹੀਦੇ ਨੇ, ਮਤਲਬ ਨਿਮਰਤਾ ਚਾਹੀਦੀ ਹੈ। ਜੇ ਰਿਸ਼ਤਿਆਂ ਵਿੱਚ ਆਪਸੀ ਮੇਲ ਮਿਲਾਪ ਵਿੱਚ ਨਿਮਰਤਾ ਨਹੀਂ ਹੈ ਤਾਂ ਫਿਰ ਇਹ ਰਿਸ਼ਤੇ, ਇਹ ਮੇਲ ਮਿਲਾਪ ਸੁਖਾਵਾਂ ਨਹੀਂ ਰਹਿ ਜਾਂਦਾ। ਨਿਮਨ ਸੋ ਅੱਖਰ, ਖਮਨ ਗੁਣ, ਖਮਨ ਦਾ ਮਤਲਬ ਹੈ ਸਹਾਰਨਾ, ਸਹਿਨਸ਼ੀਲਤਾ। ਗੁਣ ਜਿਹੜਾ ਹੈ ਉਹ ਸਹਿਨਸ਼ੀਲਤਾ ਦਾ ਹੋਣਾ ਚਾਹੀਦਾ, ਨਿਮਰਤਾ ਦੇ ਨਾਲ ਬੋਲਣਾ, ਜੋ ਤੁਸੀਂ ਆਪਣਾ ਪੱਖ ਰੱਖਣਾ ਹੈ ਨਿਮਰਤਾ ਦੇ ਨਾਲ ਰੱਖੋ, ਉੱਚੀ ਟੋਨ ਵਿੱਚ ਨਹੀਂ, ਹੰਕਾਰ ਦੇ ਨਾਲ ਨਹੀਂ, ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਆਪਣਾ ਪੱਖ ਰੱਖੋ। ਖਵਣ ਗੁਣ, ਖਵਣ ਦਾ ਮਤਲਬ ਸਹਿਨਸ਼ੀਲਤਾ, ਸਹਿਨਸ਼ੀਲਤਾ ਹੋਣੀ ਚਾਹੀਦੀ ਹੈ। ਜੇ ਕਿਸੇ ਨੇ ਮੇਰੀ ਗਲਤੀ ਦੱਸੀ ਹੈ ਤਾਂ ਮੈਨੂੰ ਧੰਨਵਾਦ ਕਰਨਾ ਚਾਹੀਦਾ ਹੈ, ਮੈਨੂੰ ਸਹਿਨ ਕਰਨੀ ਚਾਹੀਦੀ ਹੈ ਕਿ ਠੀਕ ਹੈ ਮੇਰੀ ਗਲਤੀ ਹੈ, ਮੰਨ ਲੈਣੀ ਚਾਹੀਦੀ ਹੈ, ਤਾਂ ਹੀ ਮੰਨਾਂਗਾ ਨਾ ਜੇ ਸਹਿਨਸ਼ੀਲਤਾ ਹੋਵੇਗੀ। ਜੇ ਸਹਿਨਸ਼ੀਲਤਾ ਨਹੀਂ ਹੈ ਤਾਂ ਕੋਈ ਗਲਤੀ ਦੱਸੇਗਾ ਤੇ ਨਾਲ ਦੇ ਨਾਲ ਮੈਂ ਕਹਿ ਦੇਣਾ ਤੂੰ ਲੱਗਾ ਮੇਰੇ ਤੇ ਹੈਡਮਾਸਟਰ, ਤੂੰ ਡੀਸੀ ਲੱਗਾ, ਤੂੰ ਫਲਾਂ ਲੱਗਾ, ਢੀਂਗ ਲੱਗਾ। ਘਰ ਦੇ ਵਿੱਚ ਕਿਤੇ ਨੂੰਹ ਨੂੰ ਕਹਿ ਦਿੱਤਾ ਵੀ ਸਬਜ਼ੀ ਵਿੱਚ ਲੂਣ ਕੁੜੀਏ ਜ਼ਿਆਦਾ ਹੋ ਗਿਆ ਤੇ ਪਤੀਲਾ ਚੁੱਕ ਕੇ ਉਹ ਮਾਰਿਆ, ਲੈ ਆਪ ਬਣਾ ਲੈ। ਸਹਿਨਸ਼ੀਲਤਾ, ਤੇ ਜੇ ਸਹਿਨਸ਼ੀਲਤਾ ਹੋਏ ਤੇ ਕੋਈ ਗੱਲ ਨਹੀਂ, ਮੰਮੀ ਜਾਂ ਪਾਪਾ ਜਾਂ ਜੋ ਵੀ ਅੰਕਲ, ਵੀ ਕੋਈ ਨਹੀਂ, ਹੋ ਗਿਆ ਗਲਤੀ ਨਾਲ, ਅੱਗੇ ਤੋਂ ਨਹੀਂ ਹੋਏਗਾ। ਆਪਣੀ ਗਲਤੀ ਮੰਨ ਲੈਣੀ ਚਾਹੀਦੀ, ਸਹਿਨਸ਼ੀਲਤਾ। ਸਬਰ ਦੀ ਆਪਾਂ ਕੱਲ ਗੱਲ ਕੀਤੀ ਸੀ, ਜੇ ਸਬਰ ਹੋਵੇ, ਸਹਿਨਸ਼ੀਲਤਾ ਹੋਵੇ ਤਾਂ ਕਿੰਨੇ ਸਾਰੇ ਰਿਸ਼ਤੇ ਨਾਤੇ ਅਸੀਂ ਨਿਭਾ ਸਕਦੇ ਹਾਂ, ਕਿੰਨੀ ਵੱਡੀ ਅਸੀਂ ਕਾਮਯਾਬੀ ਹਾਸਲ ਕਰ ਸਕਦੇ ਹਾਂ। ਤਾਂ ਸਾਡੇ ਅੰਦਰ ਇਹ ਸਹਿਨਸ਼ੀਲਤਾ ਹੋਣੀ ਚਾਹੀਦੀ ਕਿ ਅਸੀਂ ਆਪਣੀਆਂ ਗਲਤੀਆਂ ਨੂੰ ਮੰਨ ਸਕੀਏ। ਜਿਹਬਾ ਮਣੀਆਂ ਮੰਤ, ਮੰਤ ਦਾ ਮਤਲਬ ਮੰਤਰ। ਹੁਣ ਮੰਤਰ ਕਿਹੜਾ ਹੈ? ਜ਼ਬਾਨ ਦੇ ਨਾਲ ਮਿੱਠੇ ਔਰ ਸੱਚੇ ਬੋਲ ਬੋਲਣਾ ਸਭ ਤੋਂ ਵੱਡਾ ਮੰਤਰ ਹੈ। ਇਹਦੇ ਨਾਲ ਤੁਸੀਂ ਮੋਹ ਸਕਦੇ ਹੋ ਕਿਸੇ ਦੇ ਦਿਲ ਨੂੰ। ਮੈਂ ਪਹਿਲਾਂ ਕਈ ਵਾਰ ਬੇਨਤੀ ਕੀਤੀ ਹੈ, ਕਈ ਲੋਕਾਂ ਦੇ ਬੋਲ ਉਸ ਚਿੱਠੀ ਵਰਗੇ ਹੁੰਦੇ ਨੇ ਜਿਹਨੂੰ ਬਾਰ-ਬਾਰ ਪੜ੍ਹਨ ਤੇ ਜੀ ਕਰਦਾ ਹੈ। ਕਈ ਲੋਕਾਂ ਦੇ ਬੋਲ ਇੰਨੇ ਪਿਆਰੇ, ਸਕਾਰਾਤਮਕ ਹੁੰਦੇ ਨੇ, ਜੀ ਕਰਦਾ ਹੈ ਇਹ ਬੋਲੀ ਜਾਏ ਤੇ ਅਸੀਂ ਸੁਣੀ ਜਾਈਏ। ਕਈਆਂ ਦੇ ਬੋਲ ਇੰਨੇ ਪਿਆਰੇ, ਲੁਭਾਵਣੇ ਔਰ ਵਿਕਾਸਸ਼ੀਲ ਹੁੰਦੇ ਨੇ ਕਿ ਉਹ ਦੂਰ ਬੈਠਿਆਂ ਵੀ ਨੇੜੇ ਭਾਸਦੇ ਨੇ। ਕਈਆਂ ਲੋਕਾਂ ਦੇ ਬੋਲ ਇੰਨੇ ਪਿਆਰ ਵਾਲੇ, ਇੰਨੇ ਸਕਾਰਾਤਮਕ, ਮਿੱਠੇ ਹੁੰਦੇ ਨੇ, ਉਹ ਸਦਾ ਵਾਸਤੇ ਸਾਡੇ ਦਿਲ ਵਿੱਚ ਉਤਰ ਜਾਂਦੇ ਨੇ। ਉਹ ਸਾਡੇ ਔਰ ਅਸੀਂ ਉਹਨਾਂ ਦੇ ਬਣ ਜਾਂਦੇ ਹਾਂ। ਬੋਲ ਹੀ ਨੇ ਨਾ। ਤੇ ਬਾਕੀ ਬੋਲਾਂ ਬਾਰੇ ਤੇ ਸਾਨੂੰ ਪਤਾ ਹੀ ਹੈ ਜੋ ਸਾਡੇ ਬੋਲ ਕਰਦੇ ਨੇ। ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲਾਂ ਨੇ ਮਨੁੱਖ ਦੀ ਪ੍ਰੀਤ ਤੋੜੀ ਹੈ।
ਸਾਡੇ ਪਰਿਵਾਰ ਬਿਖਰੇ ਨੇ, ਰਿਸ਼ਤੇ ਟੁੱਟੇ ਨੇ, ਮਿੱਤਰਤਾ ਵਿੱਚ ਦਰਾਰਾਂ ਪਈਆਂ ਨੇ। ਉਹਨਾਂ ਦਾ ਮੇਨ ਕਾਰਨ ਬੋਲ ਵੀ ਨੇ, ਬਹੁਤੇ ਬੋਲ। ਕੱਲ ਵੀ ਤੁਸੀਂ ਕਲਾਸ ਵਿੱਚ ਵੀ ਗੱਲ ਕਰ ਰਹੇ ਸੀ ਨਾ ਕਿ 70-75 ਕਿਲੋ ਦੇ ਸਰੀਰ ਦੀ ਬਜਾਏ ਜੇ 50 ਗ੍ਰਾਮ ਦੀ ਜ਼ਬਾਨ ਨੂੰ ਕੰਟਰੋਲ ਕਰ ਲਿਆ ਜਾਏ ਤੇ ਬਹੁਤ ਸਾਰੇ ਰਿਸ਼ਤੇ ਬਚ ਸਕਦੇ ਨੇ। ਇਸ ਲਈ ਸਾਨੂੰ ਜ਼ਬਾਨ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਹੈ। ਮਿੱਠੇ, ਪਿਆਰੇ, ਸਕਾਰਾਤਮਕ, ਭਲੇ ਵਾਲੇ ਬੋਲ ਬੋਲਣੇ ਚਾਹੀਦੇ ਨੇ। ਪੋਜ਼ਿਟਿਵ ਬੋਲ ਬੋਲਣੇ ਚਾਹੀਦੇ ਨੇ। ਐਸੇ ਬੋਲ ਜਿਨ੍ਹਾਂ ਦੇ ਨਾਲ ਦੂਜੇ ਕਿਸੇ ਨੂੰ ਸੁੱਖ ਮਿਲੇ। ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਤਣੀ, ਹਿਆਉ ਨਾ ਕਹਿ ਠਾਹੇ, ਮਾਨਕ ਸਭ ਅਮੁੱਲ ਵੇ। ਐਸੇ ਬੋਲ ਬੋਲੋ ਕਿ ਉਹਨਾਂ ਬੋਲਾਂ ਦੇ ਨਾਲ ਤੁਹਾਨੂੰ ਵੀ ਸ਼ਾਂਤੀ ਮਿਲੇ, ਤੁਹਾਡਾ ਅੰਦਰਲਾ ਸ਼ਾਂਤ ਰਹੇ ਔਰ ਤੁਹਾਡੇ ਬੋਲਾਂ ਨੂੰ ਸੁਣ ਕੇ ਦੂਜੇ ਨੂੰ ਵੀ ਸ਼ਾਂਤੀ ਮਿਲੇ। ਜੋ ਮਿੱਠੇ ਬੋਲ ਬੋਲਣ ਵਾਲਾ ਹੈ ਨਾ, ਉਹਦੀਆਂ ਮਿਰਚਾਂ ਵੀ ਵਿਕ ਜਾਂਦੀਆਂ ਨੇ ਤੇ ਕੌੜੇ ਬੋਲ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ। ਇਸ ਲਈ ਮੇਨ ਚੀਜ਼ ਸਾਡੀ ਬੋਲ ਹੈ। ਕਈ ਵਾਰ ਸਾਡਾ ਪੱਖ ਬਹੁਤ ਚੰਗਾ ਹੁੰਦਾ ਹੈ, ਲੇਕਿਨ ਸਾਡੇ ਕੋਲ ਸ਼ਬਦਾਵਲੀ ਚੰਗੀ ਨਹੀਂ ਹੁੰਦੀ, ਬੋਲ ਚੰਗੇ ਨਹੀਂ ਹੁੰਦੇ, ਜਿਸ ਕਰਕੇ ਅਸੀਂ ਆਪਣੇ ਸੰਬੰਧ ਨਹੀਂ ਬਣਾ ਪਾਉਂਦੇ। ਦੇਖੋ, ਬੋਲ ਨੇ ਨਾ, ਇੱਕ ਬੰਦੇ ਨੂੰ ਦੋ ਬੰਦੇ ਮਿਲੇ, ਮੰਨ ਲਓ ਦੋ ਬੰਦੇ ਮਿਲੇ ਤੇ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਮਿਲੇ, ਮੈਂ ਆਪਣਾ ਨਾਂ ਲੈ ਕੇ ਗੱਲ ਕਰ ਲੈਣਾ, ਤੇ ਉਹਨਾਂ ਦੋਵਾਂ ਮੇਰੇ ਪਿਤਾ ਜੀ ਨੇ ਉਹਨਾਂ ਦੋਵਾਂ ਬੰਦਿਆਂ ਨੂੰ ਕਿਹਾ ਕਿ ਉਹਨੂੰ, ਮੇਰੇ ਬੇਟੇ ਨੂੰ, ਮੋਹਰ ਸਿੰਘ ਨੂੰ ਕਹੋ ਕਿ ਮੈਨੂੰ ਫੋਨ ਕਰ ਲੈ। ਸਪੋਜ਼ ਸ਼ਬਦ, ਤੇ ਉਹਨਾਂ ਦੋਹਾਂ ਨੇ ਆਣ ਕੇ ਮੈਨੂੰ ਸੁਨੇਹਾ ਦਿੱਤਾ। ਇੱਕ ਨੇ ਸੁਨੇਹਾ ਦਿੱਤਾ ਕਿ ਗਿਆਨੀ ਜੀ ਤੁਹਾਡੇ ਪਿਤਾ ਜੀ ਕਹਿੰਦੇ ਸੀ ਫੋਨ ਕਰ ਲਿਓ, ਤੇ ਤੁਸੀਂ ਆਪਣੇ ਪਿਤਾ ਨੂੰ ਫੋਨ ਕਰ ਲਿਓ। ਇੱਕ ਨੇ ਤੇ ਇਹ ਸੁਨੇਹਾ ਦਿੱਤਾ, ਤੇ ਦੂਜੇ ਨੇ ਦੂਰੋਂ ਆਵਾਜ਼ ਮਾਰੀ, ਉਹ ਗਿਆਨੀ ਤੇਰੀ ਮਾਂ ਦਾ ਖਸਮ ਮਿਲਿਆ ਸੀ, ਉਹ ਆਂਦਾ ਸੀ ਮੈਨੂੰ ਫੋਨ ਕਰ ਲਵੇ। ਹੁਣ ਮਾਂ ਦਾ ਖਸਮ ਹੁੰਦਾ ਤੇ ਪਿਓ ਹੀ ਹੈ ਨਾ, ਪਰ ਬੋਲੀ, ਸ਼ਬਦਾਵਲੀ, ਵਰਡਿੰਗ। ਇਸ ਲਈ ਅਸੀਂ ਕੀ ਕਹਿਣਾ ਚਾਹੁੰਦੇ ਹਾਂ, ਸ਼ਬਦਾਵਲੀ ਸਾਡੀ ਠੀਕ ਚਾਹੀਦੀ। ਜੇ ਸ਼ਬਦਾਵਲੀ ਵਿੱਚ ਗੜਬੜ ਹੈ ਤਾਂ ਗੜਬੜ ਹੋਏਗੀ। ਇਸ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਜ਼ਬਾਨ ਦੇ ਨਾਲ ਮਿੱਠੇ ਬੋਲ ਬੋਲੋ। ਇਹ ਤ੍ਰੈ ਭੈਣੇ ਵੇਸ਼ ਕਰ, ਹੇ ਭੈਣੇ ਇਹ ਤਿੰਨ ਵੇਸ਼ ਕਰ, ਇਹਨਾਂ ਤਿੰਨਾਂ ਗੁਣਾਂ ਦੀ ਧਾਰਨੀ ਹੋ ਜਾ, ਤਾਂ ਵਸ ਆਵੀ ਕੰਤ, ਤੇਰਾ ਜੋ ਕੰਤ ਪਤੀ ਹੈ, ਰੱਬ ਹੈ, ਉਹ ਤੇਰੇ ਹਿਰਦੇ ਵਿੱਚ ਵਸ ਜਾਏਗਾ। ਤਾਂ ਇੱਥੇ ਕੇਵਲ ਔਰਤ ਵਾਸਤੇ ਹੀ ਗੱਲ ਨਹੀਂ ਹੈ, ਕਿਉਂਕਿ ਹਮ ਸਹਿਕੇਰੀਆਂ ਦਾਸੀਆਂ, ਇੱਥੇ ਬੰਦਿਆਂ ਇਸਤਰੀਆਂ ਸਾਰਿਆਂ ਵਾਸਤੇ ਨੇ, ਕਿਉਂਕਿ ਸਾਡਾ ਸਾਂਝਾ ਖਸਮ ਮਾਲਕ ਰੱਬ ਹੈ ਨਾ, ਤੇ ਅਸੀਂ ਰੱਬ ਦਾ ਮਿਲਾਪ ਚਾਹੁੰਦੇ ਹਾਂ, ਰੱਬ ਵਰਗੇ ਹੋਣਾ ਚਾਹੁੰਦੇ ਹਾਂ। ਉਹਦੇ ਵਾਸਤੇ ਵੇਸ਼ ਕਿਹੜਾ ਹੈ, ਉਹਦੇ ਵਾਸਤੇ ਅੱਖਰ ਕਿਹੜਾ ਹੈ, ਉਹਦੇ ਵਾਸਤੇ ਗੁਣ ਕਿਹੜਾ ਹੈ, ਉਹ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ। ਨਿਮਨ ਸੋ ਅੱਖਰ, ਨਿਮਰਤਾ ਚਾਹੀਦੀ ਹੈ ਜ਼ਿੰਦਗੀ ਵਿੱਚ, ਹੰਕਾਰ ਨਾ ਹੋਏ, ਈਗੋ ਨਾ ਹੋਏ। ਦੂਜਾ ਗੁਣ ਹੈ ਸਹਿਨਸ਼ੀਲਤਾ, ਕਿ ਸਹਿਨਸ਼ੀਲਤਾ ਚਾਹੀਦੀ ਹੈ। ਜੇ ਕਿਸੇ ਨੇ ਕੁਝ ਕਹਿ ਦਿੱਤਾ ਹੈ ਨਾ, ਤਾਂ ਥੋੜਾ ਜਿਹਾ ਸਹਾਰ ਲਓ, ਥੋੜਾ ਜਿਹਾ ਸਬਰ ਕਰ ਲਓ। ਤੇ ਤੀਜੀ ਗੱਲ ਹੈ ਜ਼ਬਾਨ ਦੇ ਨਾਲ ਮਿੱਠੇ ਬੋਲ ਬੋਲਣੇ, ਸਕਾਰਾਤਮਕ ਬੋਲ ਬੋਲਣੇ। ਜੇ ਇਹ ਤਿੰਨਾਂ ਗੁਣਾਂ ਨੂੰ ਅਮਲ ਵਿੱਚ ਲੈ ਆਂਦਾ ਜਾਏ ਤਾਂ ਰੱਬ ਸਾਡੇ ਹਿਰਦੇ ਵਿੱਚ ਆਣ ਕੇ ਵਸ ਜਾਏਗਾ। ਯਾਨੀ ਇਹਨਾਂ ਤਿੰਨਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ ਹੀ ਰੱਬ ਦਾ ਵਸਾ ਲੈਣਾ ਹੈ। ਜੇ ਸੌਖੇ ਲਫ਼ਜ਼ਾਂ ਵਿੱਚ ਕਹੀਏ ਕਿ ਜੇ ਇਹ ਤਿੰਨ ਗੁਣ ਤੁਹਾਡੇ ਕੋਲ ਆ ਗਏ, ਸਮਝ ਲਓ ਰੱਬ ਆ ਗਿਆ। ਨਿਮਰਤਾ, ਸਹਿਨਸ਼ੀਲਤਾ ਔਰ ਜ਼ਬਾਨ ਦੇ ਸੱਚੇ ਪਿਆਰੇ ਔਰ ਸਕਾਰਾਤਮਕ ਬੋਲ, ਇਹਨਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਹੋਰ ਕੋਈ ਰੱਬ ਇਹ ਨਹੀਂ ਕਿ ਤੁਹਾਡੇ ਸਾਹਮਣੇ ਆਣ ਕੇ ਖਲੋਏਗਾ ਕਿ ਮੰਗੋ ਬੇਟਾ ਕੀ ਮੰਗਦੇ ਹੋ, ਤੇ ਫਿਰ ਅਸੀਂ ਕਵਾਂਗੇ ਵੀ ਸਾਡੇ ਗੁਆਂਢੀਆਂ ਦੀ ਕੋਠੀ ਢਾਹ ਦੇ। ਐਵੇਂ ਨਹੀਂ, ਇਹ ਤਿੰਨੇ ਜਿਹੜੇ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਇਹਨਾਂ ਦਾ ਹਿਰਦੇ ਵਿੱਚ ਵਸ ਜਾਣਾ ਹੀ ਰੱਬ ਦਾ ਹਿਰਦੇ ਵਿੱਚ ਵਸ ਜਾਣਾ ਹੈ। ਤਾਂ ਦੇਖੋ ਹੁਣ ਕਿੰਨੇ ਸੌਖੇ ਢੰਗ ਦੇ ਨਾਲ ਸਾਨੂੰ ਬਾਬਾ ਫਰੀਦ ਜੀ ਨੇ ਗਾਈਡ ਕੀਤਾ ਹੈ, ਜੀਵਨ ਦਾ ਰਾਸਤਾ ਦੱਸਿਆ ਹੈ। ਹੁਣ ਜੇ ਇਕੱਲੇ ਇਸ ਸ਼ਲੋਕ ਦੇ ਉੱਤੇ ਅਮਲ ਕਰ ਲੈਣ ਨਾ ਦੁਨੀਆ ਦੇ ਲੋਕ, ਤਾਂ ਪੂਰੀ ਜ਼ਿੰਦਗੀ ਬਦਲ ਸਕਦੀ ਹੈ, ਪੂਰੀ ਦੁਨੀਆ ਬਦਲ ਸਕਦੀ ਹੈ। ਹਰ ਬੰਦਾ ਰੱਬ ਵਰਗਾ ਹੋ ਸਕਦਾ ਹੈ, ਪਰਿਵਾਰ ਬਦਲ ਸਕਦੇ ਨੇ, ਜੀਵਨ ਬਦਲ ਸਕਦਾ ਹੈ। ਪਰ ਗੱਲ ਤੇ ਅਮਲ ਕਰਨ ਦੀ ਹੈ ਨਾ, ਗੱਲਾਂ ਨਾਲ ਤਾਂ ਕੁਝ ਨਹੀਂ ਹੋਣਾ। ਗੱਲਾਂ ਤਾਂ ਹੁਣ ਮੈਂ ਵੀ ਕਰੀ ਜਾ ਰਿਹਾ, ਪਰ ਜੇ ਮੇਰੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਨਹੀਂ ਹਨ ਤਾਂ ਇਹਦੀ ਪ੍ਰਾਪਤੀ ਮੈਨੂੰ ਨਹੀਂ ਹੋਏਗੀ। ਪ੍ਰਾਪਤੀ ਗੱਲਾਂ ਨਾਲ ਨਹੀਂ ਹੋਣੀ, ਗੱਲੀ ਜੋਗ ਨਾ ਹੋਈ,
ਇੰਪਲੀਮੈਂਟ ਕਰਨਾ ਪੈਣਾ ਹੈ। ਜੋ ਇੰਪਲੀਮੈਂਟ ਕਰੇਗਾ ਉਹਨੂੰ ਇਹਨਾਂ ਚੀਜ਼ਾਂ ਦਾ ਫਲ ਮਿਲੇਗਾ। ਦੇਖੋ ਇਸ ਸ਼ਲੋਕ ਵਿੱਚ ਕੋਈ ਸਮਾਧੀ ਲਾਉਣ ਦੀ ਗੱਲ ਨਹੀਂ ਕਹੀ ਕਿ ਤੁਸੀਂ ਸਮਾਧੀ ਲਾਓ, ਤੁਸੀਂ ਮਾਲਾ ਫੇਰੋ, ਦਸਮ ਦੁਆਰ ਵਿੱਚ ਪ੍ਰਾਣ ਚੜਾਓ, ਤੀਰਥਾਂ ਤੇ ਜਾਓ, ਵਰਤ ਰੱਖੋ, ਨਰਾਤੇ ਕਰੋ, ਪੁੰਨ ਦਾਨ ਕਰੋ, ਦੂਜਾ ਤੀਜਾ। ਕੋਈ ਇੱਥੇ ਚੀਜ਼ਾਂ ਨਹੀਂ ਦੱਸੀਆਂ, ਸਿਰਫ 3 ਗੁਣ ਦੱਸੇ ਨੇ। ਇਹਨਾਂ 3 ਗੁਣਾਂ ਦੇ ਧਾਰਨੀ ਹੋ ਜਾਓ, ਰੱਬ ਤੁਹਾਡੇ ਹਿਰਦੇ ਵਿੱਚ ਵਸੇਗਾ। ਯਾਨੀ ਇਹ 3 ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਗੁਰੂ ਜੀ ਰਹਿਮਤ ਕਰਨ, ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਤੇ ਐਸੀ ਜੋ ਜ਼ਿੰਦਗੀ ਹੈ ਉਹ ਜੀ ਸਕੀਏ।